ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਲੇਕਿਨ ਉਸ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨਾ ਪਿੱਛੇ ਬਹੁਤ ਸਾਰੇ ਵੱਡੇ ਜਿਹੜੇ ਨੇ ਸਵਾਲ ਉਹ ਖੜੇ ਹੁੰਦੇ ਨੇ। ਲੇਕਿਨ ਇਸ ਦਾ ਸਾਰਾ ਇਨਵੈਸਟੀਗੇਸ਼ਨ ਜਿਹੜਾ ਕੀਤਾ ਗਿਆ, ਪੁੱਛ ਪੜਤਾਲ ਕੀਤੀ ਗਿਆ, ਉਸ ਨੂੰ ਲੈ ਕੇ ਲਗਾਤਾਰ ਜਿਹੜੀ ਸੂਬਾ ਪੁਲਿਸ ਹੈ, ਪੰਜਾਬ ਪੁਲਿਸ ਉਹ ਵੀ ਲੱਗੀ ਹੋਈ ਹੈ ਤੇ ਨਾਲ ਹੀ ਦਿੱਲੀ ਦੀ ਪੁਲਿਸ ਵੀ ਸਪੈਸ਼ਲ ਖਾਸ ਤੌਰ ਤੇ ਲੱਗੀ ਹੈ। ਤੇ ਦਿੱਲੀ ਪੁਲਿਸ ਦੁਆਰਾ ਕੀ ਇਹੋ ਜਿਹੇ ਕਲੂ ਇਹੋ ਜਿਹੇ ਤੱਥ ਸਾਹਮਣੇ ਨਿਕਲ ਲੈ ਕੇ ਆਏ ਗਏ ਨੇ ਜਿਸ ਦੇ ਤਹਿਤ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਕਿਤੇ ਨਾ ਕਿਤੇ ਪੁੱਛ ਪੜਤਾਲ ਦੇ ਵਿੱਚ ਹੋਰ ਵੀ ਜਿਹੜੀ ਤਸਵੀਰ ਹੈ ਉਹ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੂਰੇ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈ, ਜਾਂਚ ਪੜਤਾਲ ਹੈ, ਉਹ ਕਿੱਥੇ ਤੱਕ ਪਹੁੰਚੀ ਹੈ। ਸਾਡੇ ਨਾਲ ਸਪੈਸ਼ਲ ਸੀਪੀ ਦਿੱਲੀ ਪੁਲਿਸ ਦੇ ਹਰਗੋਬਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਨੇ। ਸਰ, ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ। ਮਿਹਰਬਾਨੀ। ਸਰ, ਸਭ ਤੋਂ ਪਹਿਲਾ ਕੁਐਸਚਨ ਮੇਰਾ ਇਹੀ ਹੈ ਕਿ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈ ਕਿੱਥੇ ਤੱਕ ਪਹੁੰਚੀ, ਜਾਂ ਫਿਰ 29 ਮਈ ਨੂੰ ਐਕਚੁਅਲ ਦੇ ਵਿੱਚ ਕੀ ਹੋਇਆ ਜਿਸ ਤੋਂ ਬਾਅਦ ਤੁਹਾਨੂੰ ਕਲੂ ਦਰ ਕਲੂ ਜਿਹੜੇ ਮਿਲਣੇ ਸ਼ੁਰੂ ਹੋਏ ਤੇ ਤੁਸੀਂ ਪੁੱਛ ਪੜਤਾਲ ਦੇ ਦੌਰਾਨ ਜਿਹੜੇ ਅਸਲ ਜਿਹੜੇ ਸ਼ੂਟਰ ਸੀ ਉਹਨਾਂ ਤੱਕ ਪਹੁੰਚ ਪਾਏ? ਨਹੀਂ, ਅਸੀਂ ਤਾਂ ਦੇਖੋ ਇਨਵੈਸਟੀਗੇਸ਼ਨ ਪਹਿਲਾਂ ਹੀ ਕਿਹਾ ਕਿ ਅਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਰਹੇ। ਉਹ ਤਾਂ 29 ਮਈ ਨੂੰ ਜਦੋਂ ਵਾਰਦਾਤ ਹੋਈ, ਜਿੱਦਾਂ ਵੀਡੀਓ ਵਾਇਰਲ ਹੋਏ ਤਾਂ ਮੈਨੂੰ ਵੀ ਇੱਕ ਦੋ ਜਣਿਆਂ ਨੇ ਉੱਥੋਂ ਪੰਜਾਬ ਤੋਂ ਵੀਡੀਓ ਭੇਜੇ ਤੇ ਮੈਨੂੰ ਵੀ ਦੇਖ ਕੇ ਲੱਗਿਆ ਕਿ ਇਹ ਤਾਂ ਬਹੁਤ ਹੀ ਕੋਈ ਪਲੈਨਡ ਕ੍ਰਾਈਮ ਹੈਗਾ ਤੇ ਇੱਕ ਬੰਦੇ ਦਾ ਕੰਮ ਨਹੀਂ, ਇਹ ਤਾਂ ਕਈ ਸਾਰੇ ਬੰਦੇ ਇਨਵੋਲਵ ਨੇ। ਜਿਸ ਤਰੀਕੇ ਨਾਲ ਇਹਨਾਂ ਨੂੰ ਸਿਕਿਉਰਿਟੀ ਮਿਲੀ ਵੀ ਸੀ, ਜਿਸ ਤਰੀਕੇ ਨਾਲ ਵਾਰਦਾਤ ਹੋਈ, ਐਜ਼ ਪੁਲਿਸ ਆਫਿਸਰ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ। ਤੇ ਸਾਡਾ ਸਪੈਸ਼ਲ ਸੈੱਲ ਦਾ ਤਾਂ ਹਮੇਸ਼ਾ ਰਹਿੰਦਾ ਕਿ ਜੇ ਵੀ ਕੋਈ ਵੱਡੀ ਵਾਰਦਾਤ ਹੋਏ, ਖਾਸ ਤੌਰ ਤੇ ਨਾਰਥ ਇੰਡੀਆ 'ਚ ਹੋਏ ਜਾਂ ਹੋਰ ਵੀ ਕਿਤੇ ਕਿਸੇ ਸੂਬੇ 'ਚ ਹੋਏ ਜਿਹਦਾ ਸਾਨੂੰ ਲੱਗਦਾ ਕਿ ਇਹਦਾ ਕੋਈ ਰਾਜਧਾਨੀ ਤੇ ਵੀ ਅਸਰ ਹੋ ਸਕਦਾ ਜਾਂ ਕੋਈ ਲਿੰਕ ਹੋ ਸਕਦਾ ਜਾਂ ਫਿਊਚਰ 'ਚ ਉਸ ਚੀਜ਼ ਨੂੰ ਇੱਥੇ ਪ੍ਰੀਵੈਂਟ ਕਰਿਆ ਜਾ ਸਕੇ, ਤੇ ਸਾਡੀਆਂ ਟੀਮਾਂ ਨਾਰਮਲੀ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ। ਤੋ ਇਹ ਜਿਸ ਤਰੀਕੇ ਦਾ ਕ੍ਰਾਈਮ ਸੀਗਾ, ਸੋ ਉਸੇ ਟਾਈਮ ਸਾਡੀਆਂ 5 ਟੀਮਾਂ ਨੇ ਇਹ ਤੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਤੇ ਖਾਸ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕਿ 29 ਮਈ ਨੂੰ ਐਕਚੁਅਲ 'ਚ ਕੀ ਹੋਇਆ, ਤੇ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਹੈ ਜਿਹੜੀ ਹੁਣ ਤੱਕ ਜਿਹੜੇ ਤੁਸੀਂ ਅਰੈਸਟ ਕੀਤੇ ਨੇ 3 ਵਿਅਕਤੀ ਜਾਂ 3 ਜਿਹੜੇ ਸ਼ੂਟਰਸ ਨੇ ਜਿਹੜੇ ਅਰੈਸਟ ਕੀਤੇ ਨੇ, ਉਹਨਾਂ ਤੋਂ ਕੀ ਪੁੱਛ ਪੜਤਾਲ ਦੇ ਦੌਰਾਨ ਹੁਣ ਤੱਕ ਸਾਹਮਣੇ ਆ ਸਕੇ? ਸਰ, ਨਹੀਂ, 29 ਮਈ ਨੂੰ ਤਾਂ ਦੇਖੋ ਜੋ ਹੋਇਆ, ਅਸੀਂ ਉਹਦੇ ਤੇ ਤਾਂ ਸੀਨ ਆਫ ਕ੍ਰਾਈਮ ਤੇ ਤਾਂ ਜਾ ਹੀ ਨਹੀਂ ਸਕਦੇ ਸੀ ਕਿਉਂਕਿ ਉਹ ਠੀਕ ਨਹੀਂ ਸਾਡਾ ਜਾਣਾ ਸੀਗਾ। ਜਾ ਤਾਂ ਸਕਦੇ ਹੋ ਪਰ ਦੂਜੇ ਸੂਬੇ ਦਾ ਸੀਨ ਆਫ ਕ੍ਰਾਈਮ ਹੈਗਾ। ਸੋ ਸਾਨੂੰ ਸੀ ਕਿ ਅਸੀਂ ਬਿਨਾਂ ਸੀਨ ਆਫ ਕ੍ਰਾਈਮ ਤੇ ਜਾਏ, ਬਿਨਾਂ ਲੋਕਲ ਏਰੀਏ 'ਚ ਜਾਏ, ਅਸੀਂ ਕੀ ਇਹੋ ਜਿਹਾ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਵੀ ਆਇਡੈਂਟੀਫਾਈ ਕਰੀਏ ਕਿ ਸ਼ੂਟਰ ਕੌਣ ਸੀ, ਕਿਹਨੇ ਕਰਾਇਆ। ਤੇ ਉਹ 2-4 ਘੰਟੇ ਬਾਅਦ ਹੀ ਕਾਲ ਆ ਗਈ ਇੱਕ ਨੈੱਟ ਤੇ TV ਦੇ ਕਿਸੇ ਚੈਨਲ ਨੂੰ, ਤੇ ਉਹ ਸਾਡੀਆਂ ਟੀਮਾਂ ਨੇ ਆਲਰੇਡੀ ਐਕਸਟੋਰਸ਼ਨ ਕੇਸਿਸ ਬਹੁਤ ਹੈਂਡਲ ਕੀਤੇ ਆ। ਉਹਦੇ 'ਚ ਆਵਾਜ਼ ਉਹਨਾਂ ਕੋਲੇ ਪ੍ਰੀ ਰਿਕਾਰਡਡ ਆਵਾਜ਼ ਸੀਗੀ। ਉਹਦਾ ਜਿਹੜਾ ਸਚਿਨ ਬਿਸ਼ਨੋਈ ਦਾ ਵੀ ਕਾਲ ਆਈ ਤੇ ਉਹਦੇ ਤੋਂ ਸਾਡੀਆਂ ਟੀਮਾਂ ਨੇ ਕਿਹਾ ਕਿ ਇਹ ਕਾਲ ਕਾਫੀ ਹੱਦ ਤੱਕ ਸਹੀ ਲੱਗਦੀ ਆ, ਤੇ ਉਹਦੇ ਤੋਂ ਸਾਨੂੰ ਹੋਰ ਕਲੀਅਰ ਹੋ ਗਿਆ ਕਿ ਇਸ ਗੈਂਗ ਨੇ ਇਹ ਵਾਰਦਾਤ ਨੂੰ ਅੰਜਾਮ ਕਰਾਇਆ ਲੱਗਦਾ। ਮਕੋਕਾ 'ਚ ਆਲਰੇਡੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਤੇ ਉਹਦੇ ਸਾਰੇ ਸਾਥੀਆਂ ਨੂੰ ਅਰੈਸਟ ਕੀਤਾ ਹੋਇਆ ਸੀਗਾ। ਕਾਫੀ ਸਾਰਿਆਂ ਨੂੰ, ਕਾਲਾ ਜਥੇੜੀ ਸੀ, ਕਾਲਾ ਰਾਣਾ ਸੀ, ਨਰੇਸ਼ ਸੇਠੀ ਸੀ, ਜੱਗੂ ਭਗਵਾਨਪੁਰੀਆ ਸੀ, ਰਾਜੂ ਬਸੋਦੀ ਸੀਗਾ, ਭਾਂਜਾ ਸੀ ਇੱਕ ਅਜੇਪਨ। ਸੋ ਇਹ ਕਾਫੀ ਸਾਰੇ ਬੰਦੇ ਆਲਰੇਡੀ ਅਰੈਸਟ ਕੀਤੇ ਹੋਏ ਸੀ, ਇਹ ਜੇਲ੍ਹ 'ਚ ਸੀਗੇ। ਤੇ ਇੱਕ ਟੀਮ ਨੇ ਸਾਡੀ ਨੇ ਟੈਕਨੋਲੋਜੀ ਬੇਸ ਤੇ ਕੰਮ ਕੀਤਾ ਤੇ ਇੱਕ ਨੇ ਸਾਡੀ ਟੀਮ ਨੇ ਕੀਤਾ ਜਿਹੜੇ ਆਲਰੇਡੀ ਇਸ ਕੇਸ ਨੂੰ ਦੇਖ ਰਹੇ ਸੀਗੇ, ਤੇ ਇੱਕ ਨੇ ਕੀਤਾ ਕਿਉਂਕਿ ਵੈਪਨ ਪਤਾ ਲੱਗ ਗਿਆ ਸੀ ਕਿ ਕੋਈ ਅਸੌਲਟ ਵੈਪਨ ਯੂਜ਼ ਹੋਇਆ। ਜਿਹੜੇ ਪੁਰਾਣੇ ਵੈਪਨ ਹੈਂਡਲਰ ਸਾਡੇ ਲੋਕਾਂ ਨੇ ਅਰੈਸਟ ਕੀਤੇ ਨੇ, ਵੈਪਨ ਸਪਲਾਇਰ। ਫਿਰ ਇੱਕ ਟੀਮ ਨੇ ਹੋਰ ਜਿਹੜਾ ਗਰਾਊਂਡ ਵਰਕ ਕਰ ਸਕਦੇ ਆ ਉਹਨਾਂ ਦਾ, ਜਿਹੜਾ ਇਹਨਾਂ ਦੇ ਜਿਹੜੇ ਪਹਿਲਾਂ ਬੰਦੇ ਫੜੇ ਸੀਗੇ ਉਹ ਕਿੱਥੇ ਰਹਿੰਦੇ ਸੀ, ਕੌਣ ਉਹਨਾਂ ਦੇ ਸਾਥੀ ਸੀ, ਕਿੱਥੇ ਇਹਨਾਂ ਨੇ ਠਹਿਰ ਕੱਟੀ, ਕਿੱਥੇ ਇਹ ਰਹੇ, ਕਿਹੜੇ ਕਿਹੜੇ ਸਾਥੀ ਕਿਹੜੇ ਕਿਹੜੇ ਉਹਦੇ ਉੱਤੇ ਨੇ। ਤੇ ਇੱਕ ਟੀਮ ਨੇ ਸਾਡੀ ਨੇ ਪੂਰਾ ਜੇਲ੍ਹਾਂ 'ਤੇ ਕੰਮ ਕੀਤਾ। ਉਹਨਾਂ ਨੇ ਤਾਂ ਤਕਰੀਬਨ 14 ਜੇਲ੍ਹਾਂ ਤੋਂ ਬਹੁਤ ਸਾਰੇ ਬੰਦੇ ਅਰੈਸਟ ਕੀਤੇ। ਸਬਸੀਕੁਐਂਟਲੀ ਕਸਟਡੀ ਰਿਮਾਂਡਸ ਲਿਆ ਕੇ ਉਹਨਾਂ ਨੂੰ ਕੁਐਸਚਨ ਕੀਤਾ, ਕਈਆਂ ਨੂੰ ਜੇਲ੍ਹਾਂ 'ਚ ਹੀ ਕੁਐਸਚਨ ਕੀਤਾ। ਸੋ 29 ਤੋਂ ਬਾਅਦ 30 ਤਰੀਕ ਨੂੰ ਸਾਡੀ ਇੱਕ ਟੀਮ ਨੇ ਥੋੜ੍ਹਾ ਜਿਹਾ ਕੁਛ ਡਿਵੈਲਪ ਕੀਤਾ, ਜਿਹੜੀ ਕਿ ਜ਼ਿਆਦਾ ਟੈਕਨੋਲੋਜੀ ਬੇਸ 'ਤੇ। ਜਿਹੜੀ ਟੀਮ ਨੇ ਪਹਿਲਾਂ ਕੁਛ 2 ਇੰਪੋਰਟੈਂਟ ਕੇਸ ਸੀ ਪੰਜਾਬ ਦੇ, ਉਹਨਾਂ 'ਤੇ ਕੰਮ ਕੀਤਾ ਸੀ। ਇੱਕ ਵਿੱਕੀ ਮਿੱਡੂ ਖੇੜਾ ਦੇ ਉਹਨਾਂ ਨੇ ਸ਼ੂਟਰ ਫੜੇ ਸੀ, ਤੇ ਇੱਕ ਸੰਦੀਪ ਨੰਗਲ ਅੰਬੀਆ ਦਾ ਜਿਹੜਾ ਇੱਕ ਸ਼ੂਟਰ ਮੇਨ ਸੀਗਾ ਵਿਕਾਸ ਮਾਲੇ, ਉਹਨੂੰ ਫੜਿਆ ਸੀ। ਉਹ ਟੀਮ ਨੇ ਫਿਰ 2 ਦਿਨ ਬਾਅਦ ਉਹਨਾਂ ਨੇ ਕੁਛ ਇੱਕ ਇੰਟਰਨਲ ਨੋਟ ਸੀ ਐਕਚੁਅਲੀ ਸਾਡਾ, ਉਹ ਕਿਸੇ ਤਰੀਕੇ ਨਾਲ ਉਹ ਕਈ ਜਗ੍ਹਾ ਸ਼ੇਅਰ ਹੋਇਆ ਤੇ ਮੀਡੀਆ 'ਚ ਵੀ ਬਾਅਦ 'ਚੋਂ 2-3 ਦਿਨ ਬਾਅਦ ਆ ਗਿਆ। ਉਹ 'ਚ ਉਹਨਾਂ ਨੇ 8 ਜਣਿਆਂ ਨੂੰ ਇਹਦੇ 'ਚ ਕੀਤਾ ਸੀ ਜ਼ੀਰੋ ਡਾਊਨ ਕਿ ਇਹ ਜਿਹੜੇ 8 ਜਣੇ ਨੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ
ਇਹਦੇ 'ਚ ਸ਼ਾਮਿਲ ਹੋ ਸਕਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਲਿੰਕ ਹੋ ਸਕਦੇ ਆ ਇਸ ਕੇਸ ਦੇ ਵਿੱਚ। ਤੇ ਉਹ ਨੋਟ ਕਾਫੀ ਮਤਲਬ ਕੰਮ ਦਾ ਸਿੱਧ ਹੋਇਆ ਬਾਅਦ ਚੋਂ, ਉਹਦੇ ਨਾਲ ਇੱਕ ਦਿਸ਼ਾ ਮਿਲੀ ਬਾਕੀ ਟੀਮਾਂ ਨੂੰ। ਇੱਕ ਟੀਮ ਨੇ ਫਿਰ ਜਿਹੜੀ ਨੇ ਬਾਅਦ ਚੋਂ ਬ੍ਰੇਕ ਥਰੂ ਕੀਤਾ, ਉਹਨਾਂ ਨੇ ਤਾਂ ਖੈਰ ਜੇਲ੍ਹਾਂ 'ਚੋਂ ਜਿਹੜੀ ਇਨਫੋਰਮੇਸ਼ਨ ਡਿਵੈਲਪ ਹੋਈ ਉਹਦੇ ਨਾਲ ਹੋਇਆ ਅਲਟੀਮੇਟਲੀ। ਬਟ ਜਿਹੜਾ ਇਹ ਨੋਟ ਸੀ ਇਹਦੇ 'ਚੋਂ ਵੀ 3 ਸ਼ੂਟਰ ਤਾਂ ਕਨਫਰਮ ਹੋ ਗਏ, ਤੇ 2 ਸ਼ੂਟਰ ਜਿਹੜੇ ਸੀਗੇ ਮਤਲਬ ਸਸਪੈਕਟ ਸੀ ਜਾਂ ਜਿਹੜੇ ਹੋ ਸਕਦੇ ਲਾਈਕਲੀ ਸ਼ੂਟਰ ਹੋਣ। ਸੋ ਉਹ 2 ਜਣੇ ਮਹਾਰਾਸ਼ਟਰ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ, ਉਹਨਾਂ ਤੋਂ ਹੋਰ ਕੇਸ ਵਰਕਆਊਟ ਹੋ ਗਏ, ਉਹਨਾਂ ਤੋਂ ਇੱਕ ਉਹਨਾਂ ਦਾ ਪੁਰਾਣਾ ਮਰਡਰ ਕੇਸ ਵਰਕਆਊਟ ਹੋ ਗਿਆ। ਇੱਕ ਉਹ ਸਲਮਾਨ ਖਾਨ ਦੀ ਜਿਹੜੀ ਚਿੱਠੀ ਉੱਥੇ ਡਿਲੀਵਰ ਹੋਈ ਸੀ ਉਹਦੇ ਕੁਝ ਰੈਲੇਵੈਂਟ ਇਨਫੋਰਮੇਸ਼ਨ ਆ ਗਈ। 3 ਉਹਦੇ 'ਚੋਂ ਰੂਲ ਆਊਟ ਹੋ ਗਏ। ਸੋ ਇਹ ਵੀ ਇੱਕ ਅੱਛਾ ਕੰਮ ਸੀ। ਬਾਅਦ 'ਚੋਂ ਸਾਡੀ ਨਿਊ ਦਿੱਲੀ ਰੇਂਜ ਦੀ ਟੀਮ ਨੇ ਬ੍ਰੇਕ ਥਰੂ ਕੀਤਾ। ਉਹਨਾਂ ਦੀ ਪੁਰਾਣੀ ਟੀਮ ਆ, ਕਾਫੀ ਉਹਨਾਂ ਨੇ ਗਰਾਊਂਡ ਵਰਕ ਕੀਤਾ ਹੋਇਆ ਹੈਗਾ ਕ੍ਰਿਮੀਨਲ ਨੈਟਵਰਕਸ ਤੇ ਉਹ ਮੇਨਲੀ ਜੇਲ੍ਹਾਂ ਤੋਂ ਚੱਲੇ ਸੀ। ਪਰ ਖਾਸ ਤੌਰ ਤੇ ਜੇਕਰ ਹੁਣ ਦੀ ਇਨਵੈਸਟੀਗੇਸ਼ਨ ਦੀ ਥੋੜੀ ਜਿਹੀ ਗੱਲ ਕਰ ਲਈ ਤਾਂ ਹੁਣ ਤੱਕ ਕਿੰਨੇ ਜਿਹੜੇ ਸ਼ੂਟਰਸ ਨੇ ਉਹ ਕਨਫਰਮ ਹੋ ਚੁੱਕੇ ਨੇ, ਜਾਂ ਫਿਰ ਹੁਣ ਕਿਹਨਾਂ ਦਾ ਨਾਮ ਆ ਰਿਹਾ ਸਾਹਮਣੇ? ਤੁਸੀਂ ਵਿੱਕੀ ਮਿੱਡੂ ਖੇੜਾ ਦਾ ਜ਼ਿਕਰ ਕੀਤਾ, ਉਸ ਦਾ ਕਿੰਨਾ ਕੁ ਕਨੈਕਸ਼ਨ ਹੈ? ਕਿਉਂਕਿ ਇੱਕ ਮੈਨੇਜਰ ਦਾ ਵੀ ਕਿਤੇ ਨਾ ਕਿਤੇ ਨਾਮ ਆ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਸ਼ਾਇਦ ਕੋਈ ਮੈਨੇਜਰ ਆ, ਉਹ ਵੀ ਚਰਚਾ 'ਚ ਸੀ ਕਾਫੀ ਗੱਲ। ਦੇਖੋ ਉਹਦੇ 'ਚ ਇਹ ਆ ਕਿ 6 ਸ਼ੂਟਰ ਨੇ ਜਿਹੜੇ ਕਨਫਰਮ ਨੇ। 4 ਬਲੈਰੋ ਸੀਗੇ, ਜਿਹੜਾ ਹੁਣ ਤੱਕ ਆਇਆ 2 ਕਰੋਲਾ ਸੀ, ਤੇ ਬਲੈਰੋ ਦਾ ਜਿਹੜਾ ਮੋਡਿਊਲ ਹੈੱਡ ਸੀਗਾ ਉਹ ਪ੍ਰਿਯਵਰਤ ਫੌਜੀ ਸੀਗਾ, ਇਹ ਅਰੈਸਟ ਕਰ ਲਿਆ ਸਾਡੀ ਟੀਮ ਨੇ। ਤੇ ਜਿਹੜਾ ਬਲੈਰੋ ਚਲਾ ਰਿਹਾ ਸੀ ਕਸ਼ਿਸ਼ ਏਲੀਅਸ ਕੁਲਦੀਪ, ਇਹਨੂੰ ਅਰੈਸਟ ਕਰ ਲਿਆ। ਤੇ ਜਿਹੜੇ 2 ਜਣੇ ਨਾਲ ਸੀ ਇਹਨਾਂ ਦੇ ਬਲੈਰੋ 'ਚ ਬੈਠੇ, ਇੱਕ ਤਾਂ ਅੰਕਿਤ ਸਿਰਸਾ ਬੈਠਾ ਸੀਗਾ ਤੇ ਇੱਕ ਸੀ ਦੀਪਕ ਮੁੰਡੀ। ਤੇ ਫਾਇਰਿੰਗ ਇਹਨਾਂ ਨੇ ਸਾਰਿਆਂ ਨੇ ਕੀਤੀ ਆ। ਇਹ ਅਜੇ 2 ਜਣੇ ਬਚੇ ਨੇ। ਤੇ ਕਰੋਲਾ ਦੇ ਵਿੱਚ ਮਨਪ੍ਰੀਤ ਮੰਨੂ ਸੀਗਾ ਤੇ ਇੱਕ ਉਹਦੇ ਨਾਲ ਗੱਡੀ ਚਲਾ ਰਿਹਾ ਸੀ ਜਗਰੂਪ ਰੂਪਾ। ਇਹ ਵੀ ਵਾਰਦਾਤ ਤੋਂ ਬਾਅਦ ਅੱਡ ਨਿਕਲ ਗਏ। ਜਿਹੜੇ ਬਲੈਰੋ ਵਾਲੇ ਸੀਗੇ ਇਹ ਉਹਨਾਂ ਨੇ ਆਪਣਾ ਇਹ ਕੁਝ ਚਿਰ ਬਾਅਦ ਜਾ ਕੇ ਇਹਨਾਂ ਨੇ ਬਲੈਰੋ ਛੱਡਤੀ। ਫਿਰ ਇਹ ਖੇਤ 'ਚ ਵੀ ਤੁਰੇ, ਵੱਟ ਗਏ, 2 ਜਣੇ ਸੀਗੇ। ਤੇ ਉਦੋਂ ਬਾਅਦ ਇਹਨਾਂ ਨੂੰ ਫਿਰ ਉਹ ਜਿਹੜਾ ਕੇਸ਼ਵ ਸੀ ਉਹਨੇ ਇੱਕ ਜਗ੍ਹਾ ਤੋਂ ਪਿਕ ਕੀਤਾ ਤੇ ਪਿਕ ਕਰਕੇ ਇਹਨਾਂ ਨੂੰ ਟਰਾਂਸਪੋਰਟ ਕੀਤਾ। ਜਿਹੜਾ ਕੇਸ਼ਵ ਸੀਗਾ ਉਹ ਮਾਨਸਾ ਏਰੀਏ ਦਾ ਰਹਿਣ ਵਾਲਾ, ਤੇ ਉਹਨੂੰ ਇਸ ਏਰੀਏ ਦਾ ਖਾਸਾ ਪਤਾ ਸੀ, ਕਿਉਂਕਿ ਇਹ ਤਾਂ ਜਿਹੜੇ ਸ਼ੂਟਰ ਸੀ ਇਹ ਬਾਹਰੋਂ ਸੀਗੇ। ਰੂਪਾ ਤੇ ਮੰਨੂ ਵੀ ਇਸ ਏਰੀਏ ਦੇ ਹੈ ਨਹੀਂ ਸੀ, ਤੇ ਉਹਨਾਂ ਨੂੰ ਮੂਸੇ ਪਿੰਡ ਦਾ ਜਾਂ ਜਵਾਹਰ ਕੇ ਦਾ ਜਾਂ ਕਿੱਧਰੋਂ ਕਿਹੜੇ ਪਾਸੇ ਜਾਣਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ। ਇਹ ਸਾਰੀ ਚੀਜ਼ ਜ਼ਿਆਦਾਤਰ ਕਰਾਈ ਕੇਸ਼ਵ ਨੇ, ਕਿਉਂ ਕੇਸ਼ਵ ਇਹਨਾਂ ਨਾਲ ਰੈਕੀਆਂ 'ਚ ਆਇਆ। ਸਰ ਲੀਡ ਕੌਣ ਕਰ ਰਿਹਾ ਸੀ ਇਸ ਪੂਰੇ ਮਾਮਲੇ ਨੂੰ? ਜਿਹੜਾ ਲੀਡ ਕਰ ਰਿਹਾ ਸੀ ਬੈਕਫੁੱਟ ਤੇ ਉਹ ਕੌਣ ਸੀ? ਉਹ ਕੋਈ ਨਿਕਲ ਕੇ ਸਾਹਮਣੇ ਇਹ ਗੱਲ ਕਿਸੇ ਦਾ ਨਾਮ ਆਇਆ ਸਾਹਮਣੇ? ਉਹ ਜਿਹੜਾ ਤੁਸੀਂ ਇਹ ਸੋਚੋ ਵੀ ਮਾਸਟਰਮਾਈਂਡ ਸੀਗਾ ਉਹਦਾ ਹੁਣ ਜੇਲ੍ਹ 'ਚ ਆ, ਉਹ ਤਾਂ ਅਰੈਸਟ ਹੋ ਗਿਆ। ਲੀਡ ਦਾ ਕੀ ਮਤਲਬ ਆ ਵੀ ਉਹ ਸ਼ੂਟਰ ਨੂੰ ਕੌਣ ਲੀਡ ਕਰ ਰਿਹਾ ਸੀ? ਸ਼ੂਟਰਸ ਨੂੰ ਕੌਣ ਲੀਡ ਕਰ ਰਿਹਾ ਸੀ ਉਸ ਵਕਤ? ਕੌਣ ਡਾਇਰੈਕਸ਼ਨਸ ਦੇ ਰਿਹਾ ਸੀਗਾ? ਨਹੀਂ, ਸ਼ੂਟਰਸ ਨੂੰ ਡਾਇਰੈਕਸ਼ਨ ਤਾਂ ਦੇਖੋ ਗੋਲਡੀ ਬਰਾੜ ਦੀ ਕਾਲ ਆਈ, ਦੋਨਾਂ ਨੂੰ ਅੱਡ ਆਈ। ਮਨਪ੍ਰੀਤ ਮੰਨੂ ਕੋਲੇ ਫੋਨ ਸੀਗਾ ਜੋ ਪ੍ਰਿਯਵਰਤ ਫੌਜੀ ਦੀ ਇੰਟਰੋਗੇਸ਼ਨ 'ਚੋਂ ਆਈਆਂ। ਬਾਕੀ ਤਾਂ ਹੁਣ ਜਦੋਂ ਮੰਨੂ ਤੇ ਇਹ ਰੂਪਾ ਫੜੇ ਗਏ ਉਦੋਂ ਤਾਂ ਪਤਾ ਲੱਗੂ। ਸੋ ਮੰਨੂ ਕੋਲੇ ਫੋਨ ਸੀਗਾ ਤੇ ਇਹਦੇ ਕੋਲੇ ਫੋਨ ਸੀ ਪ੍ਰਿਯਵਰਤ ਫੌਜੀ ਕੋਲੇ। ਤੇ ਫੌਜੀ ਨੂੰ ਕਾਲ ਆਈ ਬਈ ਉਹ ਬਿਨਾਂ ਗਾਰਡਾਂ ਤੋਂ ਜਾ ਰਹੇ ਨੇ, ਤੁਸੀਂ ਚਲੋ। ਤੇ ਉਹਨੂੰ ਮੰਨੂ ਨੂੰ ਫੋਨ ਆਈ ਜੋ ਇਹਨੇ ਪ੍ਰਿਯਵਰਤ ਨੇ ਦੱਸਿਆ। ਤੇ ਦੋਨੇ ਅੱਡ ਗੱਡੀਆਂ ਸੀਗੇ। ਬੋਲੈਰੋ ਦਾ ਹੈੱਡ ਪ੍ਰਿਯਵਰਤ ਫੌਜੀ ਆ, ਕਿਉਂਕਿ ਪੂਰਾ ਵੈਪਨਸ ਦਾ ਬੈਗ ਇਹਨੂੰ ਮਿਲਿਆ। ਇਹਨੂੰ 2 ਹਫ਼ਤੇ ਪਹਿਲਾਂ ਮਿਲ ਗਿਆ ਸੀਗਾ। ਫਤਿਆਬਾਦ ਇਹਨੂੰ ਇੱਕ ਬੰਦਾ ਦੇਣ ਆਇਆ ਗੋਲਡੀ ਬਰਾੜ ਦੇ ਕਹਿਣ ਤੇ ਉਹ ਬੈਗ ਇਹਨੂੰ ਵੀ ਅਜੇ ਪਤਾ ਨਹੀਂ ਸੀ ਵੀ ਉਹਦੇ 'ਚ, ਇਹਨੂੰ ਇਹ ਤਾਂ ਪਤਾ ਸੀ ਵੀ ਅਸਲਾ ਹੋਊਗਾ, ਪਰ ਕੀ ਅਸਲਾ ਹੋਊ, ਕਿੰਨਾ ਅਸਲਾ ਹੋਊ, ਉਹ ਇਹਨੂੰ ਨਹੀਂ ਬ੍ਰੇਕਅਪ ਪਤਾ ਸੀ। ਤੇ ਉਹ ਬੰਦਾ ਵੀ ਜਿਹੜਾ ਆਇਆ ਉਹਨੂੰ ਇੱਕ ਜਗ੍ਹਾ ਇਹਨੇ ਕਹਿਤੀ ਕਿ ਫਲਾਨੀ ਜਗ੍ਹਾ ਤੇ ਤੈਨੂੰ ਇੱਕ ਬੰਦਾ ਆ ਕੇ ਬੈਗ ਦੇ ਦੂਗਾ। ਤੇ ਪ੍ਰਿਯਵਰਤ ਫੌਜੀ ਉੱਥੇ ਗਿਆ, ਉੱਥੇ ਹੀ ਉਹ ਬੰਦਾ ਦੇਣ ਆ ਗਿਆ। ਤੇ ਨਾ ਤਾਂ ਇਹਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਆ, ਕਿਉਂਕਿ ਇਨਸਟਰਕਸ਼ਨ ਦੋਨਾਂ ਨੂੰ ਗੋਲਡੀ ਬਰਾੜ ਵੱਲੋਂ ਸੀਗੀ ਕਿ ਵੀ ਇਸ ਜਗ੍ਹਾ ਤੇ ਮੁਲਾਕਾਤ ਹੋਊ ਤੁਹਾਡੀ, ਤੇ ਇੱਥੋਂ ਇਹ ਬੈਗ ਦੇ ਕੇ ਤੂੰ ਨਿਕਲ ਜੀ। ਸੋ ਉਹ ਬੈਗ ਦੇ ਕੇ ਉੱਥੋਂ ਨਿਕਲ ਗਿਆ। ਬਾਅਦ 'ਚੋਂ ਜਦੋਂ ਇਹਨੇ ਆ ਕੇ ਬੈਗ ਦੇਖਿਆ ਉਹ 'ਚ AK-47 ਵੀ ਸੀ, ਪਿਸਟਲ ਸੀਗੇ। ਇਹਨਾਂ 'ਚੋਂ ਜਿਹੜੇ ਹਥਿਆਰ ਵਾਰਦਾਤ 'ਚ ਵੀ ਵਰਤੇ ਗਏ, ਕੁਛ ਇਹਨਾਂ ਨੇ ਰਿਜ਼ਰਵ ਰੱਖ ਲਏ ਕਿ ਵੀ ਜੇ ਉਹਨਾਂ ਕੋਲ ਵੀ ਇਹਨਾਂ ਨੂੰ ਸੀ ਵੀ ਹੋ ਸਕਦਾ ਕੋਈ ਪਿੱਛੇ ਗਾਰਡ ਆ ਜਾਣ ਜਾਂ ਫਾਇਰਿੰਗ ਹੋ ਜੇ ਜਾਂ ਕੁਛ ਹੋਰ ਹੋ ਜੇ। ਫਿਰ ਇਹਨੇ ਦੇਖਿਆ ਵੀ ਇਹ ਤਾਂ ਅੰਡਰ ਬੈਰਲ ਗ੍ਰੇਨੇਡ ਲਾਂਚਰ ਵੀ ਆ, ਇਹਦੇ 'ਚ ਗ੍ਰੇਨੇਡ ਵੀ ਨੇ, ਇਹ 'ਚ AK-47 ਆ, 315 ਬੋਰ ਦੀ ਰਾਈਫਲ ਆ, ਉਹਦੇ ਵਿੱਚ 8 ਗ੍ਰੇਨੇਡ ਸੀਗੇ, ਪਿਸਟਲ ਸੀਗੇ। ਸੋ ਕੁਛ ਵੈਪਨ ਇਹਨਾਂ ਨੇ ਰਿਜ਼ਰਵ ਰੱਖ ਲਏ ਜਿਹੜੇ ਵਰਤੇ ਨਹੀਂ ਗਏ। ਉਹ ਸਾਰੇ ਮਿਲ ਗਏ ਸਾਨੂੰ ਜਿਹੜੇ ਰਿਜ਼ਰਵ ਵਾਲੇ ਸੀਗੇ, ਜਿਹੜੇ ਇਹਨਾਂ ਨੇ ਵਰਤੇ ਨਹੀਂ। ਤੇ ਜਿਹੜੇ ਵਰਤੇ ਸੀ ਉਹ ਵਾਰਦਾਤ ਤੋਂ ਬਾਅਦ ਉਹਨਾਂ ਨੇ ਅੱਡ ਕਰਤੇ ਇਹਨਾਂ ਤੋਂ। ਸੋ ਉਹ ਅਜੇ ਦੇਖ ਰਹੇ ਆ ਵੀ ਕਿੱਧਰ ਗਏ। ਅੱਛਾ, ਇੱਕ ਸਰ AN-94 ਦਾ ਜ਼ਿਕਰ ਬਹੁਤ ਹੋ ਰਿਹਾ ਇਸ ਪੂਰੇ ਕਤਲकांड ਦੇ ਵਿੱਚ ਕਿ AN-94 ਜਿਹੜੀ ਰਸ਼ੀਅਨ ਰਾਈਫਲ ਹੈ ਉਸ ਦਾ ਇਸਤੇਮਾਲ ਕੀਤਾ ਗਿਆ। ਉਸ ਦੇ ਕਿੰਨੀ ਸੱਚਾਈ ਹੈ ਕਿ ਅਸਲੀਅਤ ਦੇ ਵਿੱਚ ਉਸ ਦਾ ਜਿਹੜਾ ਯੂਜ਼ ਕੀਤਾ ਗਿਆ?
ਦੇਖੋ ਹੁਣ ਅਸੀਂ ਦੇਖੋ ਉਹ ਚੀਜ਼ ਨੂੰ 100% ਨਹੀਂ ਕਹਿ ਸਕਦੇ, ਕਿਉਂਕਿ ਹੁਣ ਦੇਖੋ ਸਾਡੇ ਕੋਲ ਬੁਲਟ ਤਾਂ ਹੈ ਕੋਈ ਨਹੀਂ ਗੇ। ਕਿਉਂਕਿ ਸਰ ਇਹ ਗੱਲਬਾਤ ਨਿਕਲ ਗਈ ਕਿ ਮੌਕੇ ਤੇ ਜਿਹੜੇ ਖਾਲੀ ਰੌਂਦ ਸੀਗੇ ਉਹ ਉੱਥੋਂ ਬਰਾਮਦ ਕੀਤੇ ਗਏ ਨੇ। ਇੱਕ ਵੀਡੀਓ ਦਾ ਵੀ ਜ਼ਿਕਰ ਹੋ ਰਿਹਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿੱਚ ਚਰਚੇ 'ਚ ਗੱਲ ਕਿ ਵੀਡੀਓ ਜ਼ਰੂਰ ਬਣੀ ਹੈ ਜਾਂ ਵੀਡੀਓ ਨਿਕਲ ਕੇ ਸਾਹਮਣੇ ਹੈ ਤੇ ਉਹ ਪੁਲਿਸ ਦੇ ਕੋਲ ਹੈ ਸਿਰਫ। ਨਹੀਂ, ਉਹ ਸਾਡੇ ਕੋਲ ਤਾਂ ਨਹੀਂ ਹੈਗੀ। ਦੇਖੋ ਅਸੀਂ ਹੁਣ ਮੌਕੇ ਤੇ ਤਾਂ ਤੁਹਾਨੂੰ ਫਿਰ ਬਾਰ-ਬਾਰ ਉਹੀ ਗੱਲ ਕਹਿੰਦੇ, ਨਾ ਤਾਂ ਅਸੀਂ ਕੋਈ ਸੀਸੀਟੀਵੀ ਮੌਕੇ ਦਾ ਦੇਖਿਆ, ਨਾ ਹੀ ਅਸੀਂ ਕੋਈ ਉੱਥੇ ਬੁਲਟ ਦੇਖਿਆ, ਨਾ ਹੀ ਅਸੀਂ ਗੱਡੀਆਂ ਨੂੰ ਕੋਈ ਟੱਚ ਕਰਕੇ ਦੇਖਿਆ। ਮਤਲਬ ਇਹ ਚੀਜ਼ਾਂ ਤਾਂ ਹੁਣ ਫੋਰੈਂਸਿਕ ਆ। ਜੇ ਬੁਲਟ ਤੁਸੀਂ ਪਤਾ ਕਿੱਦਾਂ ਲੱਗੂ ਵੀ AK-47 ਸੀ, 94 ਸੀ, ਜਾਂ ਤਾਂ ਫੋਰੈਂਸਿਕ ਕਰਾਉਂਗੇ ਤੁਸੀਂ ਬੁਲਟਸ ਦਾ, ਜਾਂ ਉਹਦੀ ਤੁਹਾਡੇ ਕੋਲੇ ਵੈਪਨ ਤੁਹਾਨੂੰ ਮਿਲ ਜੂਗਾ। ਵੈਪਨ ਤਾਂ ਉਹ ਫਾਇਰਿੰਗ ਤੋਂ ਬਾਅਦ ਜਿਹੜਾ ਮਨਪ੍ਰੀਤ ਮੰਨੂ ਸੀ ਤੇ ਰੂਪਾ ਉਹ ਲੈ ਗਏ, ਤੇ ਮਨਪ੍ਰੀਤ ਮੰਨੂ ਨੇ ਫਾਇਰ ਵੀ ਕੀਤਾ, ਤੇ ਉਹ AK-47 ਤਾਂ ਅਜੇ ਰਿਕਵਰ ਨਹੀਂ ਹੋਈ। ਸੋ ਲੱਗਦਾ AK-47 ਆ। ਮਤਲਬ ਹੁਣ ਜਿੰਨੀ ਦੇਰ ਕੋਈ ਚੀਜ਼ 100% ਮਿਲ ਨਹੀਂ ਜਾਂਦੀ ਉਨੀ ਦੇਰ ਕਹਿਣਾ ਮੁਸ਼ਕਿਲ ਆ। ਕਿਉਂਕਿ ਸਰ ਬੁਲਟ ਪ੍ਰੂਫ ਗੱਡੀ ਦਾ ਜ਼ਿਕਰ ਕੀਤਾ ਗਿਆ ਕਿ ਇਸ ਕਦਰ ਜਿਹੜੀ ਤਾਂਗ ਦੇ ਵਿੱਚ ਆਈ ਸੀ ਕਿ ਭਾਵੇਂ ਬੁਲਟ ਪ੍ਰੂਫ ਗੱਡੀ ਹੈ, ਸਾਨੂੰ ਪਹਿਲਾਂ ਹੀ ਉਸ ਹਿਸਾਬ ਦੇ ਜਿਹੜੇ ਵੈਪਨਸ ਨੇ ਉਹ ਪ੍ਰੋਵਾਈਡ ਕਰਵਾਏ ਜਾਣ, ਜਿਸ ਦੇ ਨਾਲ ਜੋ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਸੀਂ ਉਸ ਨੂੰ ਉਸ ਤਰੀਕੇ ਦੇ ਨਾਲ ਵੀ ਕਿਤੇ ਨਾ ਕਿਤੇ ਮਾਰੀ। ਕਿਉਂਕਿ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਅਸੀਂ ਘਰ ਦੇ ਅੰਦਰ ਦਾਖਲ ਹੋ ਕੇ ਵੀ ਪਲੈਨਿੰਗ ਸੀ ਕਿਤੇ ਨਾ ਕਿਤੇ ਮਾਰਨ ਦੀ। ਉਸ 'ਚ ਕਿੰਨੀ ਸੱਚਾਈ ਹੈ ਸੀ? ਨਹੀਂ, ਪਲੈਨਿੰਗ ਤਾਂ ਇਹਨਾਂ ਨੇ ਕਈ ਤਰ੍ਹਾਂ ਦੀ ਬਣਾਈ। ਇਹਨਾਂ ਨੇ ਪਹਿਲਾਂ ਤਾਂ ਪਲੈਨਿੰਗ ਬਣਾਈ ਸੀਗੀ, ਇਹਨਾਂ ਕੋਲੇ 3 ਜਣੇ ਆਏ ਸੀਗੇ ਜੋ ਪ੍ਰਿਵਰਤ ਫੌਜੀ ਨੇ ਦੱਸਿਆ, ਤੇ ਹੋਰ ਸਾਨੂੰ ਅਲੱਗ-ਅਲੱਗ ਲੋਕਾਂ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਬਈ ਉਹ ਇੱਕ ਅੱਧਾ ਮਹੀਨਾ 2-4 ਮਹੀਨੇ ਪੁਰਾਣੀ ਗੱਲ ਆ ਕਿ 3 ਮੁੰਡੇ ਗਏ ਸੀ ਤਰਨਤਾਰਨ ਪਾਸੇ ਦੇ ਸੀ। ਉਹ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਆਏ, ਤੇ ਉਦੋਂ ਇਹਨਾਂ ਕੋਲ ਸਿਕਿਉਰਿਟੀ ਸੀਗੀ, ਤੇ ਇਹਨਾਂ ਨੇ ਜਦੋਂ ਵਰਦੀ ਲੈ ਕੇ ਆਂਦੀ ਤਾਂ ਉਹ ਵਰਦੀ 'ਚ ਇਹ ਨੇਮ ਪਲੇਟ ਨਹੀਂ ਲੈ ਕੇ ਆ ਪਾਏ, ਮਤਲਬ ਇਹ ਭੁੱਲ ਗਏ ਆ ਤਾਂ ਇਹਨਾਂ ਨੂੰ ਧਿਆਨ ਨਹੀਂ ਰਿਹਾ। ਫਿਰ ਇਹਨਾਂ ਨੂੰ ਲੱਗਿਆ ਵੀ ਜੇ ਵਰਦੀ ਪਾ ਕੇ ਗਏ ਮਾਰਨ ਤੇ ਨੇਮ ਪਲੇਟ ਨਾ ਹੋਈ ਤੇ ਜਿਹੜੇ ਅਸਲੀ ਪੁਲਿਸ ਵਾਲੇ ਆ ਉਹ ਦੇਖ ਲੈਣਗੇ ਵੀ ਇਹ ਤਾਂ ਨਕਲੀ ਨੇ, ਤੇ ਉਹ ਇਹਨਾਂ ਨੇ ਫਿਰ ਪਲਾਨ ਡ੍ਰੌਪ ਕਰਤਾ। ਉਹ ਮੁੰਡਿਆਂ ਨੇ ਵੀ ਪਹਿਲਾਂ ਜੁਆਇਨ ਕਰਨਾ ਸੀ ਜੋ ਪਤਾ ਲੱਗਿਆ ਇਸ ਮੋਡਿਊਲ 'ਚ, ਪਰ ਉਹ ਆਏ ਨਹੀਂ। ਦੂਜੇ ਨੰਬਰ ਤੇ ਫਿਰ ਇਹਨਾਂ ਨੇ ਪਲਾਨ ਇਹ ਕੀਤਾ ਸੀਗਾ ਵੀ ਕੋਈ ਗਿਫਟ ਦੇ ਕੇ ਭੇਜ ਦਈਏ, ਵੀ ਗਿਫਟ ਜੇ ਨਾ ਚੈੱਕ ਹੋਏ ਉਹਦੇ 'ਚ ਵੈਪਨ ਲੈ ਜਾਈਏ। ਉਹ ਗਿਫਟ ਜਦੋਂ ਇਹ ਭੇਜਿਆ, ਇਹਨਾਂ ਨੇ ਡਰਾਈ ਰਨ ਕੀਤਾ ਤਾਂ ਐਜ਼ ਫੈਨ ਬਣ ਕੇ ਇਹਨਾਂ ਦੇ ਜਿਹੜੇ ਉੱਥੋਂ ਦੇ ਸਾਥੀ ਸੀ, ਇਹਨਾਂ ਨੇ ਦੇਖ ਲਿਆ ਵੀ ਗਿਫਟ ਦੀ ਵੀ ਚੈਕਿੰਗ ਹੋ ਰਹੀ ਆ ਤੇ ਥੋੜੀ ਪੈਟ ਡਾਊਨ ਸਰਚ ਹੋ ਰਹੀ ਹੈ, ਜਿੱਦਾਂ ਹੱਥ ਲਾ ਕੇ ਦੇਖਦੇ ਆ, ਤੇ ਇਹਨਾਂ ਨੂੰ ਲੱਗਿਆ ਵੀ ਜੇ ਵੈਪਨ ਕੰਸੀਲ ਕੀਤਾ ਤਾਂ ਉਹ ਪਤਾ ਲੱਗ ਜੂ। ਫਿਰ ਇਹਨਾਂ ਨੇ ਇੱਕ ਪਲਾਨ ਬਣਾਇਆ ਵੀ ਇੱਕ ਬੰਦਾ ਜਾਏ ਜਾਂ ਜਿਵੇਂ ਛੋਟਾ ਵੈਪਨ ਲੈ ਜੇ ਤੇ ਇੱਕਦਮ ਜਾ ਕੇ ਅੰਦਰ ਬਸਟ ਮਾਰ ਦੇ ਤੇ ਵੈਪਨ ਸਿੱਟ ਦੇ ਤਾਂ ਕਿ ਉਹ ਆਪ ਸਰੈਂਡਰ ਟਾਈਪ ਕਰ ਦੇ। ਫਿਰ ਇਹਨਾਂ ਨੂੰ ਇਹ ਹੋਇਆ ਵੀ ਜੇ ਬਸਟ ਮਾਰਿਆ ਉਹ ਉੱਥੇ ਹੋਏ, ਲੱਗਿਆ ਨਾ ਲੱਗਿਆ, ਤੇ ਉਹ ਵੀ ਇਹਨਾਂ ਨੇ ਫਿਰ ਡ੍ਰੌਪ ਕਰਤਾ। ਫਿਰ ਚੌਥੇ ਨੰਬਰ ਤੇ ਇਹਨਾਂ ਨੂੰ ਇਹ ਲੱਗਿਆ ਵੀ ਇਹਦਾ ਤਰੀਕਾ ਇਹੀ ਆ ਕਿ ਇਹਨਾਂ ਦੀ ਗੱਡੀ ਜਦੋਂ ਕਦੇ ਨਿਕਲੇ ਤੇ ਜਦੋਂ ਇਹਨਾਂ ਨੂੰ ਕੋਈ ਮੌਕਾ ਮਿਲੇ, ਜਦੋਂ ਸਿਕਿਉਰਿਟੀ ਨਾਲ ਹੋਏ ਤੇ ਉਦੋਂ ਇਹ ਉਹਨਾਂ ਨੂੰ ਇੰਟਰਵੀਨ ਕਰਨ। ਉਹ 29 ਮਈ ਨੂੰ ਇਹਨਾਂ ਨੂੰ ਇਹ ਜਦੋਂ ਰੈਕੀ ਵਾਲਿਆਂ ਨੇ ਦੱਸਤਾ ਬਈ ਉਹ ਸਿਕਿਉਰਿਟੀ ਨਾਲ ਨਹੀਂ ਹੈਗੀ, ਤੇ ਨਾਲ ਦੀ ਨਾਲ ਇਹਨਾਂ ਨੂੰ ਉੱਥੋਂ ਫੋਨ ਆ ਗਿਆ। ਉੱਥੇ ਕਈ ਦਿਨਾਂ ਦੇ ਸੀਗੇ ਹੀ ਉਸ ਏਰੀਏ 'ਚ ਨੇੜੇ ਤੇੜੇ, ਤੇ ਉਹ ਦੋਨੇ ਫਿਰ ਗੱਡੀਆਂ ਇਹਨਾਂ ਨੇ ਫਟਾਫਟ ਦੌੜਾਈਆਂ ਤੇ ਪਿੱਛੇ ਲਾਤੀਆਂ, ਤੇ ਉਹਨੇ ਕਰੋਲਾ 'ਚ ਓਵਰਟੇਕ ਕਰਦੇ ਹੋਏ ਬਸਟ ਮਾਰਤਾ। ਬਸਟ ਮਾਰਿਆ ਤਾਂ ਥਾਰ ਦੇ ਵਿੱਚ ਉਹਦੇ ਟਾਇਰ ਵੀ ਬਸਟ ਹੋ ਗਏ, ਤੇ ਉਹਨਾਂ ਦੇ ਸ਼ੁਭਦੀਪ ਦੇ ਗੋਲੀਆਂ ਵੀ ਲੱਗ ਗਈਆਂ, ਤੇ ਉਹ ਫਿਰ ਗੱਡੀ ਰੁਕ ਗਈ ਉੱਥੇ ਥਾਰ। ਫਿਰ ਤਾਂ ਸਾਰੀ ਉਤਰੇ ਆਏ, ਕਰੋਲਾ ਵਾਲੇ ਵੀ ਉਤਰੇ ਆਏ ਦੋਨੇ ਜਣੇ, ਤੇ ਇਹ 4 ਜਣੇ ਬਲੈਰੋ ਵਾਲੇ ਉਤਰੇ ਆਏ, ਤੇ ਸਾਰਿਆਂ ਨੇ ਫਾਇਰਿੰਗ ਕਰੀ। ਇੱਕ ਰੇਕੀ ਦੀ ਬਹੁਤ ਗੱਲਬਾਤ ਹੋ ਰਹੀ ਕਿ ਬਹੁਤ ਟਾਈਮ ਤੋਂ ਰੇਕੀ ਕੀਤੀ ਜਾ ਰਹੀ ਸੀ ਸਿੱਧੂ ਮੂਸੇਵਾਲਾ ਦੀ। ਇੱਕ ਸ਼ਾਹਰੁਖ ਨਾਮ ਦਾ ਜਿਹੜਾ ਸ਼ਖਸ ਹੈ, ਉਸ ਦੀ ਗ੍ਰਿਫਤਾਰੀ ਹੋਈ, ਉਸਨੇ ਪਹਿਲਾਂ ਰੇਕੀ ਕੀਤੀ ਕਿ ਉਸ ਨੂੰ ਪਤਾ ਸੀ ਕਿ ਪਹਿਲਾਂ ਕਿ ਇਨਵੈਸਟੀਗੇਸ਼ਨ ਜਾਂ ਫਿਰ ਪੁੱਛਗਿੱਛ ਦੇ ਦੌਰਾਨ ਉਹ ਤੋਂ ਪਹਿਲਾਂ ਹੀ ਗੱਲ ਉਗਲਵਾਈ ਗਈ ਸੀ ਕਿ ਸਿੱਧੂ ਮੂਸੇਵਾਲਾ ਨੂੰ ਥ੍ਰੈਟ ਹੈ। ਉਸ ਨੂੰ ਲੈ ਕੇ ਸਰ ਜੇਕਰ ਏਜੰਸੀਆਂ ਨੂੰ ਜਾਂ ਫਿਰ ਪੁਲਿਸ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੂੰ ਥ੍ਰੈਟ ਹੈ, ਤਾਂ ਫਿਰ ਉਸ ਦੇ ਨਾਲ ਉਸ ਨੂੰ ਪੰਜਾਬ ਪੁਲਿਸ ਦੇ ਨਾਲ ਨਹੀਂ ਸਾਂਝਾ ਕੀਤਾ ਗਿਆ ਜਾਂ ਫਿਰ ਕੋਈ ਅੱਗੇ ਕੋਈ ਐਕਸ਼ਨ ਨਹੀਂ ਲਿਆ ਗਿਆ ਸਰ? ਨਹੀਂ, ਥ੍ਰੈਟ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਸੀ। ਪੰਜਾਬ ਪੁਲਿਸ ਨੇ ਸਿਕਿਉਰਿਟੀ ਤਾਂ ਹੀ ਦਿੱਤੀ ਨਾ ਜੇ ਥ੍ਰੈਟ ਸੀ। ਨਹੀਂ, ਸ਼ਾਹਰੁਖ ਦੇ ਅਰੈਸਟ ਹੋਣ ਤੋਂ ਬਾਅਦ, ਸ਼ਾਹਰੁਖ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਤੁਸੀਂ ਕੋਈ ਸਾਂਝੀ ਕੀਤੀ ਗਈ ਹੋਵੇ ਪੰਜਾਬ ਪੁਲਿਸ ਦੇ ਨਾਲ ਕੋਈ ਜਿਹੜੀ ਅਰੈਸਟ ਤੋਂ ਬਾਅਦ? ਨਹੀਂ, ਉਹ ਤਾਂ ਲਗਾਤਾਰ ਦੇਖੋ ਜਿਹੜੀ ਇਨਫੋਰਮੇਸ਼ਨ ਰੈਲੇਵੈਂਟ ਹੁੰਦੀ ਹੈ, ਦੇਖੋ ਬਹੁਤ ਸਾਰੀਆਂ ਇਨਫੋਰਮੇਸ਼ਨ, ਦੇਖੋ ਸਪੈਸ਼ਲ ਸੈੱਲ ਤਾਂ ਤਕਰੀਬਨ ਹਰ ਹਫਤੇ ਹੀ ਕੋਈ ਨਾ ਕੋਈ ਕ੍ਰਿਮੀਨਲ ਫੜਦੇ ਹੋ, ਹੁਣ ਕਾਫੀ ਸਾਰੀਆਂ ਚੀਜ਼ਾਂ ਕ੍ਰਿਮੀਨਲ ਬੋਲਦੇ ਨੇ। ਮਤਲਬ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਸੀ ਉਹ ਇਨਫੋਰਮੇਸ਼ਨ ਪੰਜਾਬ ਪੁਲਿਸ ਦੇ ਨਾਲ? ਨਹੀਂ, ਮੈਂ ਤੁਸੀਂ ਇੱਕ ਜਿਹੜੀ ਕੋਈ ਪਾਰਟਿਕੂਲਰ ਗੱਲ ਦੀ ਆ ਉਹਦੇ ਤੇ ਮੈਂ ਕਮੈਂਟ ਨਹੀਂ ਕਰ ਸਕਦਾ, ਮੈਂ ਤੁਹਾਨੂੰ ਓਵਰਆਲ ਕਮੈਂਟ ਕਰ ਸਕਦਾ। ਮਤਲਬ ਕਿ ਡੇਲੀ ਰੂਟੀਨ ਦੇ ਵਿੱਚ ਜਿਹੜੇ ਤੁਹਾਡੇ ਕੋਲ ਕੇਸ ਆਉਂਦੇ ਨੇ ਉਹ ਸ਼ੇਅਰ ਹੁੰਦੇ ਨੇ, ਜਿਹੜੀ ਰੈਲੇਵੈਂਟ ਚੀਜ਼ ਹੁੰਦੀ ਹੈ, ਜਿਹੜੀ ਸਾਨੂੰ ਲੱਗਦਾ ਵੀ ਇਹ 100% ਦੀ ਸਹੀ ਆ। ਹੁਣ ਕ੍ਰਿਮੀਨਲ ਬਹੁਤ ਸਾਰੀਆਂ ਚੀਜ਼ਾਂ ਕਸਟਡੀ ਜਦੋਂ ਉਹਦੇ ਰਿਮਾਂਡ ਹੁੰਦਾ, ਪ੍ਰੈਸ਼ਰ ਕਈ ਵਾਰ ਹੁੰਦਾ, ਫालतू ਹੀ ਬੋਲ ਦਿੰਦਾ, ਕਈ ਵਾਰੀ ਉਹ ਚੀਜ਼ਾਂ ਸਹੀ ਹੁੰਦੀਆਂ, ਕਈ ਵਾਰ ਨਹੀਂ ਹੁੰਦੀਆਂ। ਸੋ ਪੰਜਾਬ ਪੁਲਿਸ ਨੇ ਤਾਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਸੀਗੀ, ਉਹਨਾਂ ਨੂੰ ਜੇ ਥ੍ਰੈਟ ਸੀ ਤਾਂ ਹੀ ਕੀਤੀ ਸੀਗੀ।
ਉਹ ਤਾਂ ਜੇ ਉਸ ਦਿਨ ਹੋ ਸਕਦਾ ਸਿਕਿਉਰਿਟੀ ਵਾਲੇ ਨਾਲ ਹੁੰਦੇ ਦੋਨੇ ਜਣੇ, ਜੋ ਵੀ ਪੀਐਸ ਉਹਨਾਂ ਦੇ ਪਿੱਛੇ ਰਹਿ ਗਏ, ਨਾਲ ਨਹੀਂ ਆਏ, ਹੋ ਸਕਦਾ ਇਹ ਵਾਰਦਾਤ ਉਸ ਦਿਨ ਨਾ ਹੁੰਦੀ। ਤੇ ਮਤਲਬ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਜੇਕਰ ਥ੍ਰੈਟ ਦੀ ਜਿਹੜੀ ਮਿਲੀ ਸੀ ਪਰਸੈਪਸ਼ਨ, ਤਾਂ ਉਸ ਤੋਂ ਬਾਅਦ ਵੀ ਜਿਹੜੇ ਸਿਕਿਉਰਿਟੀ ਗਾਰਡ ਹਟਾਏ ਗਏ ਸੀ, ਜਿੱਦਾਂ ਹੁਣ ਤੁਸੀਂ ਜ਼ਿਕਰ ਕਰੋ ਕਿ ਜੇਕਰ ਉਹ ਹੁੰਦੇ ਤਾਂ ਵਾਰਦਾਤ ਨਾ ਹੁੰਦੀ, ਪਰ ਜਿਸ ਹਿਸਾਬ ਦੇ ਨਾਲ ਸਰ ਉਹ ਤਿਆਰੀ ਕਰਕੇ ਆਏ ਸੀ, ਇੰਜ ਜਾਪ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਨਾਲ ਭਾਵੇਂ ਕੋਈ ਪੀਐਸਓ ਹੁੰਦੇ ਵੀ ਤਾਂ ਸ਼ਾਇਦ ਉਹਨਾਂ ਨੂੰ ਵੀ ਨਾ ਬਖਸ਼ਦੇ। ਤੁਹਾਨੂੰ ਲੱਗਦਾ ਕੋਈ ਇਸ ਕਦਰ ਵੀ ਸੀ ਪਲੈਨਿੰਗ ਇਹਨਾਂ ਦੀ? ਇਹਨਾਂ ਨੇ ਮਿਥਿਆ ਤਾਂ ਹੋਇਆ ਸੀਗਾ ਬਈ ਇਹ ਕਰਨਾ, ਪਰ ਹੁਣ ਜੇ ਪੀਐਸਓ ਹੁੰਦੇ ਉਹ ਕਰਦੇ ਨਾ ਕਰਦੇ, ਇਹ ਤਾਂ ਕਹਿਣਾ ਬਹੁਤ ਮੁਸ਼ਕਲ ਆ ਇਹ ਚੀਜ਼ ਤਾਂ। ਮਤਲਬ ਕਿ ਕਿਤੇ ਨਾ ਕਿਤੇ ਇਹ ਬਚ ਸਕਦਾ ਸੀ, ਇਹ ਗੱਲ ਨਾਲ ਤੁਸੀਂ ਸਹਿਮਤ ਹੈਗੇ ਹੋ ਕਿ ਬਚ ਸਕਦਾ ਸੀ ਇਹ ਪੂਰਾ ਕਤਲकांड? ਹੋ ਸਕਦਾ ਉਸ ਦਿਨ ਮਤਲਬ ਇਹ ਪੀਐਸਓ ਨਾਲ ਹੁੰਦੇ ਤਾਂ ਨਾ ਹੁੰਦਾ, ਇਹਦੀ ਕਾਫੀ ਸੰਭਾਵਨਾ ਹੈਗੀ ਆ। ਤੇ ਹੁਣ ਜਿਹੜੀ ਇਨਵੈਸਟੀਗੇਸ਼ਨ 'ਚ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹ ਕਿਹੜੇ ਤੁਸੀਂ ਅੱਗੇ ਜਿਹੜੇ ਨੇ ਪ੍ਰੂਫ ਉਹ ਤੱਥ ਬਣਾ ਰਹੇ ਹੋ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇਹ ਸਾਰਾ ਪੂਰਾ ਮਾਮਲਾ ਸਜ਼ਾ ਦਿੱਤੀ ਜਾਊਗੀ ਇਹਨਾਂ ਪੂਰਾ ਮਤਲਬ ਕਿ? ਨਹੀਂ, ਸਾਡਾ ਦੇਖੋ, ਸਾਡੇ ਤਾਂ ਕੇਸ ਜਿਹੜੇ ਅੱਡ ਨੇ, ਇੱਥੇ ਕਈ ਸਾਰੇ ਐਕਸਟੋਰਸ਼ਨ ਦੇ ਕੇਸਿਸ ਨੇ, 1-2 ਮਰਡਰ ਕੇਸ ਨੇ ਇਹਨਾਂ ਦੇ, ਸਿੰਡੀਕੇਟ ਦੇ, ਮਕੋਕਾ ਦਾ ਕੇਸ ਆ, ਅਸੀਂ ਤਾਂ ਉਹਦੇ ਸਬੂਤ ਇਕੱਠੇ ਕਰ ਰਹੇ ਆ। ਜਿਹੜਾ ਇਹ ਸਿੱਧੂ ਮੂਸੇਵਾਲਾ ਕੇਸ ਆ, ਇਹਦੇ ਸਬੂਤ ਤਾਂ ਦੇਖੋ ਪੰਜਾਬ ਪੁਲਿਸ ਤਫਤੀਸ਼ ਕਰ ਰਹੀ ਆ, ਉਹਨਾਂ ਨੇ ਬਹੁਤ ਇਹਦੇ ਤੇ ਗਰਾਊਂਡ ਵਰਕ ਵੀ ਕੀਤਾ ਹੈਗਾ, ਤੇ ਸਾਡੇ ਨਾਲ ਤਾਲਮੇਲ ਵੀ ਉਹਨਾਂ ਦਾ ਲਗਾਤਾਰ ਆ। ਉਹਨਾਂ ਦੀਆਂ ਟੀਮਾਂ ਨੇ ਆ ਕੇ ਇੱਥੇ ਜੁਆਇੰਟ ਇੰਟਰੋਗੇਸ਼ਨ ਵੀ ਕਰੀ ਆ, ਪ੍ਰਿਆਵਰਤ ਫੌਜੀ ਤੇ ਇਹਦੀ ਕਸ਼ਿਸ਼ ਜਿਹੜਾ ਹੈਗਾ ਕੁਲਦੀਪ ਤੇ ਕੇਸ਼ਵ ਦੀ ਵੀ ਕਰੀ ਆ, ਤੇ ਉਹ ਤਾਂ ਸਾਡੀ ਲਗਾਤਾਰ ਉਹਨਾਂ ਨਾਲ ਕੋਆਰਡੀਨੇਸ਼ਨ ਚੱਲ ਹੀ ਰਹੀ ਆ ਪੰਜਾਬ ਪੁਲਿਸ ਦੇ ਨਾਲ। ਹੁਣ ਤੱਕ ਟੋਟਲ ਕਿੰਨੇ ਕੁ ਨਾਮ ਕਨਫਰਮਡ ਹੋ ਚੁੱਕੇ ਨੇ? ਕਿੰਨੇ ਕੁ ਜਿਹੜੇ ਬੰਦੇ ਨੇ, ਜਿਹੜੇ ਸ਼ੂਟਰਸ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਕਿੰਨੇ ਕਨਫਰਮ ਹੋ ਚੁੱਕੇ ਨੇ? 6 ਇਨਵੈਸਟੀਗੇਸ਼ਨ 'ਚ। ਉਹਨਾਂ ਦੇ ਵਿੱਚ ਤੁਸੀਂ 3 ਅਰੈਸਟ ਕਰ ਲਏ ਨੇ? 2 ਅਰੈਸਟ ਕਰ ਲਏ ਤੇ ਬਾਕੀ ਹਜੇ ਰਹਿੰਦੇ ਨੇ। ਤਾਂ ਇਨਵੈਸਟੀਗੇਸ਼ਨ ਦੇ ਦੌਰਾਨ ਸਰ ਕੋਈ ਅਜਿਹੀ ਗੱਲ ਨਿਕਲ ਕੇ ਸਾਹਮਣੇ ਇਹ ਕਿ ਕੋਈ ਇੰਡਸਟਰੀ ਜਾਂ ਫਿਰ ਪੰਜਾਬੀ ਇੰਡਸਟਰੀ ਦੇ ਨਾਲ ਕੋਈ ਤਾਲਮੇਲ ਖਾਂਦਾ ਹੋਵੇ ਬੰਦਾ ਜਿਹਦਾ ਨਾਮ ਸਾਹਮਣੇ ਆਇਆ ਹੋਵੇ, ਜਾਂ ਫਿਰ ਕੋਈ ਜੇਕਰ ਕੋਈ ਹੋਰ ਪੋਲੀਟੀਕਲ ਐਂਗਲ ਤੋਂ ਇਸ ਚੀਜ਼ ਨੂੰ ਦੇਖੀਏ ਕਿ ਕੋਈ ਹੋਰ ਕਿਸੇ ਦਾ ਨਾਮ ਇਨਵੈਸਟੀਗੇਸ਼ਨ ਦੇ ਦੌਰਾਨ, ਕਿਉਂਕਿ ਗੈਂਗਸਟਰਵਾਦ ਇੱਕ ਕਿਤੇ ਨਾ ਕਿਤੇ ਬੈਕਫੁੱਟ ਤੇ ਉਹ ਬਹੁਤ ਸਪੋਰਟਰ ਕਾਫੀ ਜਾਣੇ ਹੁੰਦੇ ਨੇ ਉਹਨਾਂ ਨੂੰ, ਤਾਂ ਫਿਰ ਉਹ ਜਿਵੇਂ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੌਰਾਨ ਇਹ ਗੱਲਬਾਤ ਨਿਕਲ ਕੇ ਆਈ ਹੈ ਕਿ ਸਾਨੂੰ ਸੰਬੰਧਿਤ ਜਿਹੜੀ ਇਹਨਾਂ ਦੀ ਇੰਡਸਟਰੀ ਹੈ ਉਹਨਾਂ ਤੋਂ ਜਾਣਕਾਰੀਆਂ ਮਿਲ ਰਹੀਆਂ ਸੀ ਕਿ ਆਖਿਰ ਕਿਹਦੇ ਕੋਲ ਕਿੰਨੇ ਕੁ ਪੈਸੇ ਨੇ, ਜਾਂ ਫਿਰ ਕਿਹਦਾ ਕੀ ਸਾਰਾ ਸਿਸਟਮ ਹੈ। ਦੇਖੋ, ਬਹੁਤ ਸਾਰੀਆਂ ਇਹਦੀਆਂ ਤਾਂ ਬਹੁਤ ਸਾਰੀਆਂ ਪਰਤਾਂ ਨੇ, ਹਰ ਪਰਤ ਤੇ ਤਾਂ ਅਸੀਂ ਚਾਨਣਾ ਨਹੀਂ ਪਾ ਪਾਵਾਂਗੇ ਕਿਉਂਕਿ ਤਫਤੀਸ਼ ਦਾ ਵਿਸ਼ਾ, ਪਰ 뮤직 ਇੰਡਸਟਰੀ ਦੇ ਵਿੱਚ ਥੋੜਾ ਗੈਂਗਸ ਦਾ ਵੀ ਇਨਫਲੂਐਂਸ ਹੈਗਾ, ਇਹ ਵੀ ਕਹਿ ਸਕਦੇ ਆ। ਪੋਲੀਟੀਕਲ ਤਾਂ ਸਾਨੂੰ ਕੋਈ ਇਹਦੇ 'ਚ ਐਂਗਲ ਨਹੀਂ ਅਜੇ ਤੱਕ ਦਿਸਿਆ ਹੈਗਾ। ਹਾਂ, ਬਟ ਇਹ ਆ ਕਿ ਵਿੱਕੀ ਮਿੱਡੂ ਖੇੜਾ ਦੀ ਜਿਹੜੀ ਤੁਸੀਂ ਗੱਲ ਕਰੀ ਸੀਗੀ ਵੀ ਉਹ ਇੱਕ ਬੜਾ ਇੰਪੋਰਟੈਂਟ ਟ੍ਰਿਗਰ ਪੁਆਇੰਟ ਸੀ, ਕਿਉਂਕਿ ਸ਼ਗਨਪ੍ਰੀਤ ਦਾ ਰੋਲ ਉਹਦੇ 'ਚ ਕਲੀਅਰ ਹੈਗਾ, ਕਿਉਂਕਿ ਉਹ ਜਿਹੜੇ ਸ਼ੂਟਰ ਸੀ ਆ ਕੇ ਸ਼ਗਨਪ੍ਰੀਤ ਨੇ ਠਹਿਰਾਏ ਤੇ ਸ਼ਗਨਪ੍ਰੀਤ ਨੇ ਉਹਨਾਂ ਨੂੰ ਗੱਡੀ ਦਿੱਤੀ ਤੇ ਸ਼ਗਨਪ੍ਰੀਤ ਨੇ ਹੀ ਵਿੱਕੀ ਮਿੱਡੂ ਖੇੜੇ ਦਾ ਘਰ ਦਿਖਾਇਆ, ਤੇ ਸ਼ਗਨਪ੍ਰੀਤ ਦਾ ਰੋਲ ਤਾਂ ਕਲੀਅਰ ਹੈਗਾ। ਹੁਣ ਉਹਦੇ ਬੇਸ ਤੇ ਅੱਗੇ ਆਪਸ 'ਚ ਕੀ ਮਿਸਅੰਡਰਸਟੈਂਡਿੰਗ ਹੋਈ, ਉਹ ਕੀ ਉਹਦਾ ਅੱਗੇ ਬੁਨਿਆਦ ਬਣੀ, ਹੁਣ ਇਹਦੇ ਤੇ ਤਾਂ ਇਹ ਤਫਤੀਸ਼ ਦਾ ਵਿਸ਼ਾ। ਵੈਪਨਸ ਦੀ ਸਰ ਮੈਂ ਗੱਲ ਕਰਾਂ ਥੋੜੀ ਜੀ, ਵੈਪਨਸ ਕਿੱਥੋਂ ਆਏ, ਕਿਵੇਂ ਆਏ, ਜਾਂ ਫਿਰ ਗੁਆਂਢੀ ਮੁਲਕ ਤੋਂ ਆਏ, ਜਾਂ ਫਿਰ ਹੁਣ ਤੱਕ ਜਾਂ ਪਹਿਲਾਂ ਵੀ ਕੋਈ ਇਹਨਾਂ ਨੇ ਸਪਲਾਈ ਇਸ ਹਿਸਾਬ ਦੀ ਕੀਤੀ, ਕੋਈ ਇਹਨਾਂ ਦਾ ਜਾਂ ਟੈਰਰਿਸਟ ਦੇ ਨਾਲ ਕੋਈ ਕਨੈਕਸ਼ਨ, ਕੋਈ ਇਸ ਹਿਸਾਬ ਦੀ ਕੋਈ ਚੀਜ਼ ਨਿਕਲ ਕੇ ਸਾਹਮਣੇ ਹੋਵੇ ਇਨਵੈਸਟੀਗੇਸ਼ਨ ਦੌਰਾਨ? ਹੁਣ ਇਹ ਵੈਪਨ ਤਾਂ ਦੇਖੋ, ਜਿੱਥੇ ਤੱਕ ਅਸੀਂ ਹੁਣ ਪਿੱਛੇ ਤੱਕ ਟਰੇਸ ਕੀਤਾ, ਉਹ ਇਹਦੀ ਇੰਟਰੋਗੇਸ਼ਨ ਜੇ ਆ ਕਿ ਫਤਿਹਬਾਦ ਇੱਕ ਚੌਂਕ ਦੇ ਉੱਤੇ ਇਹਨੂੰ ਵੈਪਨ ਮਿਲੇ ਤੇ ਇੱਕ ਬੰਦਾ ਦੇ ਕੇ ਗਿਆ। ਉਹ ਬੰਦਾ, ਇਹਨੂੰ ਵੀ ਨਹੀਂ ਪਤਾ ਉਹ ਬੰਦਾ ਕੌਣ ਸੀਗਾ, ਪਰ ਜਿੱਦਾਂ ਦੇ ਵੈਪਨ ਨੇ ਇਹਦੇ 'ਚ ਹੋ ਸਕਦਾ ਕਿ ਜਿਹੜੇ ਆਪਣੇ ਮੁਲਕ ਦੇ ਹੌਸਟਾਈਲ ਇੰਟਰਸਟ ਨੇ ਉਹਨਾਂ ਨੇ ਇਹਦੇ 'ਚ ਕੋਈ ਰੋਲ ਪਲੇ ਕੀਤਾ ਹੋਵੇ ਤੇ ਵੈਪਨ ਉੱਥੋਂ ਆਏ ਹੋਣ। ਖਾਸ ਤੌਰ ਤੇ ਜ਼ਿਕਰ ਕੀਤਾ ਜਾ ਰਿਹਾ ਰਿੰਦਾ ਨਾਮ ਦਾ ਸ਼ਖਸ ਦਾ, ਜੋ ਕਿ ਗੁਆਂਢੀ ਮੁਲਕ ਦੇ ਵਿੱਚ ਬੈਠਾ ਹੈ। ਕੋਈ ਅਜਿਹੀ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਗੱਲ ਨਿਕਲ ਕੇ ਸਾਹਮਣੇ ਇਹ ਕਿ ਉਸ ਦਾ ਕਨੈਕਸ਼ਨ ਹੈ ਦੂਸਰੇ ਮੁਲਕ ਦੇ ਨਾਲ? ਐਵੇਂ ਕੋਈ ਨਾਂ ਲੈਣਾ ਜਿਹਦਾ ਅਜੇ ਨਾ ਕੋਈ ਆਇਆ ਨਹੀਂ ਤਾਂ ਉਚਿਤ ਨਹੀਂ ਹੋਊਗਾ। ਅਜੇ ਮਤਲਬ ਅਸੀਂ ਉਹ ਕਾਫੀ ਐਂਗਲ ਦੇਖ ਰਹੇ ਹਾਂ, ਬਟ ਅਜੇ ਕੋਈ ਇੱਦਾਂ ਦਾ ਕੋਈ ਜਿਹੜਾ 100% ਦੀ ਤੁਹਾਨੂੰ ਨਾਂ ਲੈ ਸਕੀ ਉਹ ਨਹੀਂ ਆਇਆ ਹੈਗਾ। ਮਤਲਬ ਕਿ ਮੈਂ ਕਨੈਕਸ਼ਨ ਦੀ ਗੱਲ ਕਰ ਰਿਹਾ ਕਿ ਕਨੈਕਸ਼ਨ ਲੱਗ ਰਿਹਾ ਕਿ ਗੁਆਂਢੀ ਮੁਲਕ ਦੇ ਨਾਲ ਕਨੈਕਸ਼ਨ, ਹਥਿਆਰ ਸਪਲਾਈ ਹੋ ਰਹੇ ਨੇ ਜਿੱਥੇ? ਨਹੀਂ, ਹਥਿਆਰ ਬਹੁਤ ਵਾਰ ਬਾਰਡਰੋਂ ਪਾਰ ਆਉਂਦੇ ਨੇ, ਬੜੇ ਸਾਰੀਆਂ ਵਾਰਦਾਤਾਂ 'ਚ ਬੰਬ ਵੀ ਆਏ ਨੇ, ਵੈਪਨ ਵੀ ਆਏ ਨੇ, ਤੇ ਉਹ ਹੋ ਸਕਦਾ, ਉਹਦੀ ਪੋਸੀਬਿਲਿਟੀ ਤਾਂ ਹੈਗੀ ਹੈ। ਮਤਲਬ ਕਿ ਮੂਸੇਵਾਲੇ ਕਤਲ ਦੇ ਵਿੱਚ ਦੂਸਰੇ ਮੁਲਕ ਤੋਂ ਆਏ ਨੇ ਵੈਪਨਸ? ਇਹ ਕੋਈ ਨਹੀਂ, ਇਹ ਤੁਹਾਨੂੰ ਫਿਰ ਬਾਰ-ਬਾਰ ਤੁਸੀਂ ਇਹ ਗੱਲ ਕਹਿ ਰਹੇ ਹੋ 100% ਦੀ, ਇਹ ਕਿੱਦਾਂ ਕਹਿ ਸਕਦੇ ਹਾਂ ਜਦੋਂ ਸਾਨੂੰ ਉਹਦਾ ਪਿੱਛੇ ਤੁਹਾਨੂੰ ਦੱਸਿਆ ਵੀ ਉਸ ਪੁਆਇੰਟ ਤੋਂ ਪਿੱਛੇ ਅਜੇ ਅਸੀਂ ਦੇਖ ਰਹੇ ਹਾਂ ਵੀ ਕਿੱਥੇ ਆਏ, ਕੌਣ ਸੀ, ਕਿਹਨੇ ਦਿੱਤੇ। ਜਿੰਨੀ ਦੇਰ ਉਹ ਪਤਾ ਨਹੀਂ ਲੱਗਦਾ, ਉਹ ਬੰਦਾ ਮਿਲੂਗਾ, ਉਹਨੂੰ ਪੁੱਛਾਂਗੇ ਕਿੱਥੋਂ ਆਏ, ਫਿਰ ਪਿੱਛੇ ਤੁਰਿਆ ਜਾਊ, ਤਾਂ ਹੀ ਤੁਹਾਨੂੰ ਦੱਸ ਸਕਦੇ ਹਾਂ ਇੱਦਾਂ। ਅੱਛਾ, ਲਾਰੈਂਸ ਬਿਸ਼ਨੋਈ ਸਰ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਸਾਰਾ ਨੈਟਵਰਕ ਉਹ ਇੱਥੋਂ
ਚਲਾ ਰਿਹਾ ਸੀਗਾ, ਜੋ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਵੀ ਗੱਲਬਾਤ ਨਿਕਲ ਕੇ ਸਾਹਮਣੇ ਹੈ। ਫੋਨ ਕਾਲ ਯੂਜ਼ ਦਾ ਜ਼ਿਕਰ ਹੁੰਦਾ ਕਿ ਫੋਨ ਕਾਲ ਆਖਿਰ ਇੰਨੀ ਸੁਰੱਖਿਆ ਜੇਲ੍ਹ ਦੇ ਵਿੱਚ ਫੋਨ ਕਾਲ ਤਾਂ ਫਿਰ ਕਿੱਦਾਂ ਪੋਸੀਬਲ ਹੈ? ਜੇ ਅਜਿਹੀਆਂ ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਫਿਰ ਗੈਂਗਸਟਰਵਾਦ ਤਾਂ ਫਿਰ ਘਟਣ ਦੀ ਜਗ੍ਹਾ ਹੋਰ ਵੱਧ ਰਿਹਾ, ਕਿਉਂਕਿ ਜੇਕਰ ਇੱਦਾਂ ਵਿਦੇਸ਼ਾਂ ਤੱਕ ਲਿੰਕ ਮੇਨਟੇਨ ਹੁੰਦੇ ਨੇ ਤਾਂ ਸਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਫਿਰ ਨਹੀਂ, ਉਹ ਤਾਂ ਦੇਖੋ ਜੇਲ੍ਹ ਤੇ ਵੀ ਸਾਡਾ ਲਗਾਤਾਰ ਫੋਕਸ ਰਹਿੰਦਾ। ਅਸੀਂ ਜੇਲ੍ਹ ਦੇ ਸਟਾਫ ਨੂੰ ਵੀ ਅਰੈਸਟ ਕੀਤਾ, ਫੋਨ ਵੀ ਰਿਕਵਰ ਕੀਤੇ। ਜੇਲ੍ਹ ਦੇ ਸਟਾਫ ਨੂੰ ਅਸੀਂ ਅਰੈਸਟ ਕੀਤਾ, ਸਾਡੀ ਕ੍ਰਾਈਮ ਬ੍ਰਾਂਚ ਨੇ ਅਰੈਸਟ ਕੀਤਾ। ਇਸ ਜੁਰਮ ਲਈ ਵੀ ਕੀਤਾ ਕਿ ਜਿੱਥੇ ਕੋਈ ਅੰਦਰ ਉਹਨਾਂ ਨੇ ਫੋਨ ਪਹੁੰਚ ਗਿਆ। ਹੁਣ ਇਹਦੇ ਸਾਥੀ ਇੱਕ ਫਰੀਦਕੋਟ ਜੇਲ੍ਹ ਬੈਠਾ, ਉਹ ਵੀ ਫੋਨ ਤੇ ਲੱਗਿਆ। ਕਪੂਰਥਲੇ ਬੈਠਾ ਜੇਲ੍ਹ 'ਚ, ਉਹ ਵੀ ਫੋਨ ਤੇ ਲੱਗਿਆ। ਰਾਜਸਥਾਨ 'ਚ ਉਹ ਵੀ ਕਦੇ। ਹੁਣ ਜਿੱਥੇ ਇੰਨਾ ਕੁਆਂਟਲਾਂ ਦੇ ਕੁਆਂਟਲ ਸਮਾਨ ਰੋਜ਼ ਖਾਣ ਪੀਣ ਜਾਂਦਾ, ਉਹ ਹਰ ਜਗ੍ਹਾ ਇੰਨੇ ਮੁਲਾਜ਼ਮ ਵੀ ਕੰਮ ਕਰਦੇ ਨੇ, ਕਈ ਕੈਜੂਅਲ ਵਰਕਰ ਨੇ, ਕੰਟਰੈਕਟ ਵਰਕਰ ਨੇ। ਤਾਂ ਇਹ ਹੁਣ 100% ਦਾ ਦੇਖੋ ਕਿਸੇ ਵੀ ਜਗ੍ਹਾ ਤੇ ਜੇਲ੍ਹ ਤੁਹਾਨੂੰ ਪਤਾ ਕਿ ਪੁਲਿਸ ਦੇ ਥੱਲੇ ਨਹੀਂ ਹੈਗੀ। ਪਰ ਸਰ ਭੂਮਿਕਾ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਹੁਣ ਇਸ ਚੀਜ਼ ਨੂੰ ਲੈ ਕੇ। ਕਿਹੜੀ ਭੂਮਿਕਾ ਤੇ? ਪੁਲਿਸ ਦੀ ਭੂਮਿਕਾ ਤੇ। ਪੁਲਿਸ ਦੀ ਭੂਮਿਕਾ ਤੇ ਕਿੱਦਾਂ? ਉਹ ਕਹਿੰਦੇ ਵੀ ਜੇਲ੍ਹ ਦੇ ਅੰਦਰ ਜਿਹੜੇ ਮੋਬਾਈਲ ਫੋਨ ਨੇ ਉਹ ਕਿਵੇਂ ਜਾਂਦੇ ਨੇ? ਜੇਲ੍ਹ ਤੇ ਸਾਡਾ ਕੰਟਰੋਲ ਹੀ ਕੋਈ ਨਹੀਂਗਾ। ਜੇਲ੍ਹ 'ਚ ਤਾਂ ਅਸੀਂ ਵੀ, ਸਾਡੀ ਟੀਮ ਵੀ ਪਰਮਿਸ਼ਨ ਲੈ ਕੇ ਬਿਨਾਂ ਜਾ ਨਹੀਂ ਸਕਦੀ। ਪਾਰਟੀਕੂਲਰ ਮੈਂ ਤੁਹਾਡੇ ਤੇ ਨਹੀਂ ਕਮੈਂਟ ਕਰ ਰਿਹਾ ਜਾਂ ਮੈਂ ਮਹਿਕਮੇ ਤੇ ਨਹੀਂ ਕਰ ਰਿਹਾ। ਨਹੀਂ, ਮੈਨੂੰ ਪਤਾ ਤੁਸੀਂ ਨਹੀਂ ਕਰ ਰਹੇ। ਹਾਂ, ਪਰ ਮੈਂ ਇਹ ਗੱਲ ਕਹਿ ਰਿਹਾ ਕਿ ਆਖਿਰ ਪਹੁੰਚਦੇ ਕਿੱਦਾਂ ਨੇ, ਕਿਉਂਕਿ ਜੇ ਅੰਦਰੋਂ ਨੈਕਸਸ ਚੱਲਦਾ ਸਰ ਇਹ। ਹੁਣ ਇਹ ਤਾਂ ਤਫਤੀਸ਼ ਦਾ ਵਿਸ਼ਾ ਨਾ। ਇਹ ਤਾਂ ਹੁਣ ਜੇ ਮਤਲਬ ਜਿਹੜੀ ਇਹ ਤਫਤੀਸ਼ ਆ, ਹੁਣ ਇਹ ਜਿਵੇਂ ਸਿੱਧੂ ਮੂਸੇਵਾਲਾ ਦਾ ਮਰਡਰ ਕੇਸ ਦੀ ਜਾਂਚ ਹੋ ਰਹੀ ਆ, ਤਾਂ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਉਹ ਦੇਖੂ, ਪੁੱਛੂ, ਇੰਟਰੋਗੇਸ਼ਨ 'ਚ ਲੈ ਕੇ ਆਓ। ਦੇਖੋ ਸਾਡਾ ਮੇਨ ਕੰਮ ਸੀਗਾ, ਮਤਲਬ ਮੇਨ ਸਾਡਾ ਫੋਕਸ ਸੀ ਕਿ ਅਸੀਂ ਮਾਸਟਰਮਾਈਂਡ ਨੂੰ ਫੜੀਏ ਤੇ ਸ਼ੂਟਰਾਂ ਨੂੰ ਫੜੀਏ। ਮਾਸਟਰਮਾਈਂਡ ਅਰੈਸਟ ਹੋ ਗਿਆ, ਉਹਨੇ ਕਬੂਲਿਆ ਕਿ ਮੈਂ ਕਰਾਇਆ। ਅਸੀਂ ਸ਼ੂਟਰਾਂ ਤੇ ਲੱਗੇ, 2 ਸ਼ੂਟਰ ਫੜੇ ਗਏ, ਨਾਲ ਜਿਹੜਾ ਮੇਨ ਬੰਦਾ ਸੀ ਉਹ ਫੜ ਲਿਆ। ਅੱਗੇ ਸਾਡੀਆਂ ਟੀਮਾਂ 2-3 ਸ਼ੂਟਰਾਂ ਦੇ ਹੋਰ ਕੰਮ ਕਰ ਰਹੀਆਂ ਨੇ। ਹੁਣ ਇਹ ਜਿਹੜਾ ਉਹਦੇ ਕੋਲ ਕਿੱਦਾਂ ਆਇਆ ਜ਼ਰੂਰ ਦੇਖਿਆ ਜਾਣਾ ਚਾਹੀਦਾ। ਜੇ ਉਹ ਕਹਿੰਦਾ ਇੰਟਰੋਗੇਸ਼ਨ 'ਚ ਵੀ ਫਲਾਣੇ ਬੰਦੇ ਨੇ ਮੈਨੂੰ ਦਿੱਤਾ, ਤਾਂ ਉਹਦਾ ਰੋਲ ਵੀ ਜਾਂਚਿਆ ਜਾਣਾ ਚਾਹੀਦਾ। ਜੇਲ੍ਹ ਤਾਂ ਇੱਕ ਅੱਡ ਹੁਣ ਡਿਪਾਰਟਮੈਂਟ ਆ। ਜੇਲ੍ਹ ਪੁਲਿਸ ਦੇ ਅੰਡਰ ਤਾਂ ਹੈ ਹੀ ਨਹੀਂ ਕਿ ਪੁਲਿਸ ਖੁਦ ਨਹੀਂ ਉਹਦੇ ਜਾ ਸਕਦੀ ਜੇਲ੍ਹ 'ਚ ਬਿਨਾਂ ਇਜਾਜ਼ਤ ਲਏ ਜੇਲ੍ਹ ਵਾਲਿਆਂ ਤੋਂ। ਅੱਛਾ ਸਰ, ਜਦੋਂ ਦਾ ਇਹ ਕਤਲकांड ਵਾਪਰਿਆ ਤਾਂ ਉਸ ਤੋਂ ਬਹੁਤ ਤੇਜ਼ੀ ਤਰਾਰ ਦੇ ਨਾਲ ਤੁਸੀਂ ਇਸ ਕੇਸ ਦੇ ਵੱਲ ਵਧੇ ਹੋ, ਯਾਨੀ ਕਿ ਇਸ ਨੂੰ ਟੈਕਲ ਕਰਨ ਦੇ ਲਈ ਕਿੱਦਾਂ ਇਸ ਨੂੰ ਸੁਲਝਾਇਆ ਜਾਵੇ। ਕਿਤੇ ਨਾ ਕਿਤੇ ਚਰਚਾ 'ਚ ਇਹ ਗੱਲਾਂ ਕਿ ਦਿੱਲੀ ਪੰਜਾਬ ਪੁਲਿਸ ਤੋਂ ਵੀ ਜ਼ਿਆਦਾ ਪਹਿਲਾਂ ਤੁਸੀਂ ਜੋ ਹੈ ਇਸ ਦੇ ਬਾਰੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਸਾਰੇ ਖੁਲਾਸੇ ਕੀਤੇ। ਨਹੀਂ, ਉਹ ਦੇਖੋ ਪ੍ਰੈਸ ਨੂੰ ਇਸ ਕੇਸ 'ਚ ਬਹੁਤ ਇੰਟਰਸਟ ਆ। ਦੇਖੋ ਜਦੋਂ ਅਸੀਂ ਕਦੋਂ ਕਰੀ, ਸਾਨੂੰ ਜਦੋਂ ਇੱਕੋ ਮਹਾਕਾਲ ਫੜਿਆ ਗਿਆ, ਉਹ ਅਸੀਂ ਪਹਿਲਾਂ ਉਹਦਾ ਕੁਝ ਸ਼ਾਰਟ ਲਿਸਟਿੰਗ ਕਰੀ ਸੀ, ਫਿਰ ਮਹਾਰਾਸ਼ਟਰ ਪੁਲਿਸ ਨਾਲ ਅਸੀਂ ਕੋਆਰਡੀਨੇਟ ਕੀਤਾ। ਸਾਡੀਆਂ ਕੁਝ ਇਨਪੁਟ ਸੀ, ਉਹਦੇ ਬੇਸ ਤੇ ਅਰੈਸਟ ਹੋਇਆ। ਉਹਨਾਂ ਨੇ ਵੀ ਸਾਡੇ ਕੋਲ, ਉਹਨਾਂ ਦੀ ਟੀਮ ਆਈ, ਉਹਨਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰੋਗੇਸ਼ਨ ਕਰੀ। ਸਾਡੀਆਂ ਟੀਮਾਂ ਮਹਾਰਾਸ਼ਟਰ ਗਈਆਂ, ਉੱਥੇ ਜੁਆਇੰਟ ਇੰਟਰੋਗੇਸ਼ਨ ਕਰੀ, ਹਰਿਆਣਾ ਪੁਲਿਸ ਨਾਲ ਵੀ। ਤਾਂ ਉਹ ਜਿਹੜੀ ਚੀਜ਼ ਹੁਣ ਅਸੀਂ ਸ਼ੇਅਰ ਕਰ ਸਕਦੇ ਹਾਂ ਤੇ ਉਹ ਤਾਂ ਮਤਲਬ ਪ੍ਰੈਸ ਦੇ ਨਾਲ ਹੁੰਦਾ। ਬਾਕੀ ਜਿਹੜੀ ਕੰਪੀਟੀਸ਼ਨ ਦੀ ਗੱਲ ਕਹਿ ਰਹੇ ਹੋ ਤੁਸੀਂ, ਇਹ ਤਾਂ ਮਤਲਬ ਸਾਡੀਆਂ ਆਪਣੀਆਂ ਟੀਮਸ ਦੇ ਵਿੱਚ ਹੀ ਥੋੜ੍ਹਾ ਜਿਹਾ ਇੱਕ ਤਰੀਕੇ ਨਾਲ ਦੇਖੋ, ਕਿਸੇ ਵੀ ਜਿਹੜਾ ਪ੍ਰੋਫੈਸ਼ਨਲ ਪੁਲਿਸ ਅਫਸਰ ਆ ਉਹਨੂੰ ਚੈਲੰਜ ਦੇ ਰੂਪ 'ਚ ਤਾਂ ਲੈਂਦੇ ਹੀ ਆ ਵੀ ਕੌਣ ਕੇਸ ਨੂੰ ਜਲਦੀ ਸੋਲਵ ਕਰੂਗਾ, ਕੌਣ ਸ਼ੂਟਰਾਂ ਨੂੰ ਫੜ ਸਕਦਾ। ਇਹ ਤਾਂ ਵੱਡਾ ਚੈਲੰਜ ਆ। ਸਾਡੀਆਂ ਤਾਂ ਆਪਣੀਆਂ ਟੀਮਾਂ 'ਚ ਹੀ ਬਹੁਤ ਜ਼ਿਆਦਾ ਕੰਪੀਟੀਸ਼ਨ ਚੱਲ ਰਿਹਾ ਸੀ। ਇਹਦੇ ਵਿੱਚ ਸਾਡੀਆਂ ਮਤਲਬ 5 ਚੋਂ 3 ਟੀਮਾਂ ਤਾਂ ਕਾਫੀ ਐਕਟਿਵਲੀ ਅੱਗੇ ਸੀਗੀਆਂ ਤੇ ਉਹ ਟੀਮਾਂ ਕਈ ਵਾਰ ਆਪਸ 'ਚ ਵੀ ਇੰਨਾ ਰਾਜ਼ ਰੱਖਦੀਆਂ, ਦੱਸਦੀਆਂ ਨਹੀਂ ਤਾਂ ਕਿ ਉਹਨਾਂ ਦੀ ਗੱਲ ਕਿਤੇ ਬਾਹਰ ਨਾ ਨਿਕਲ ਜੇ। ਸੋ ਇਹ ਤਾਂ ਇੱਕ ਚੈਲੰਜ ਵਾਲੀ ਗੱਲ ਆ। ਤਾਂ ਮਤਲਬ ਕੋਈ ਉਹ ਨਹੀਂ ਹੈਗਾ ਕਿ ਮਤਲਬ ਕੋਈ ਵੀ ਪੁਲਿਸ ਫੋਰਸ ਕਿਸੇ ਵੀ ਕ੍ਰਿਮੀਨਲ ਨੂੰ ਫੜ ਕੇ ਦੂਜੇ ਨੂੰ ਸੌਂਪ ਸਕਦੀ ਹੈ, ਇਹਦੇ 'ਚ ਕੋਈ ਬਾਧਾ ਨਹੀਂ ਹੈਗੀ। ਤੇ ਸਰ ਜਦੋਂ ਤੁਸੀਂ ਇਹਨਾਂ ਨੂੰ ਜਿਹੜੇ 2 ਸ਼ੂਟਰਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਵਕਤ ਮੌਕੇ ਤੇ ਕੋਈ ਅਜਿਹੀ ਕੋਈ ਜਾਂ ਫਿਰ ਇਹਨਾਂ ਕੋਲ ਕੋਈ ਚੀਜ਼ ਬਰਾਮਦ ਕੀਤੀ ਗਈ ਹੋਵੇ ਜਿਹੜੇ ਖਾਸ ਤੌਰ ਤੇ ਹਮਲੇ ਦੀ ਨਜ਼ਰੀਏ ਦੇ ਨਾਲ ਤੁਸੀਂ ਦੇਖਦੇ ਹੋ? ਇਹ ਤਾਂ ਉੱਥੋਂ ਕਰੇ ਸੀ, ਇਹ ਤਾਂ ਉੱਥੋਂ ਨਿਕਲੇ, ਮਾਨਸਾ ਗਏ, ਮਾਨਸਾ ਤੋਂ ਫਤਿਆਬਾਦ ਗਏ, ਫਤਿਆਬਾਦ ਤੋਂ ਇਹ ਪਿਲਾਨੀ ਗਏ, ਪਿਲਾਨੀ ਤੋਂ ਇਹ ਆਪਣਾ ਉਧਰ ਚਲੇ ਗਏ ਗੁਜਰਾਤ ਵਾਲੇ ਪਾਸੇ, ਰਾਜਸਥਾਨ ਹੁੰਦੇ। ਸੋ 3 ਸਟੇਟਾਂ ਦਾ ਟੱਪ ਗਏ, ਰਹੇ ਵੀ। ਤੇ ਇਹਨਾਂ ਨੇ ਪਹਿਲਾਂ ਹੀ ਇਹਨਾਂ ਦੀਆਂ ਸਾਰੀਆਂ ਚੌਕਆਊਟ ਕੀਤੀਆਂ ਵੀਆਂ ਸੀ। ਇਹਨਾਂ ਦੇ ਜਿਹੜੇ ਸਾਥੀ ਨਾਲ ਲੱਗੇ ਹੋਏ ਸੀ, ਇਹਨਾਂ ਦੇ ਕਮਰੇ ਬੁੱਕ ਕਰਾ ਰੱਖੇ ਸੀ, ਅੱਡ ਨਾਂ ਤੇ ਕਰਾ ਰੱਖੇ ਸੀਗੇ। ਇਹਨਾਂ ਨੂੰ ਵੀ ਪਹਿਲਾਂ ਨਹੀਂ ਸੀ ਪਤਾ ਕਿੱਥੇ ਰੁਕਣਾ। ਇਹਨਾਂ ਨੂੰ ਵੀ ਦੱਸਦੇ ਸੀ ਵੀ ਇੱਥੇ ਜਾਓ, ਇੱਥੇ ਰੁਕੋ। ਉਹਨਾਂ ਨੂੰ, ਲੋਕਾਂ ਨੂੰ ਜਿੱਥੇ ਠਹਿਰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੌਣ ਨੇ। ਸੋ ਇਹਨਾਂ ਨੇ ਪਲੈਨਿੰਗ ਤਾਂ ਪੂਰੀ ਕੀਤੀ ਵੀ ਸੀ। ਬਾਅਦ 'ਚੋਂ ਜਦੋਂ ਕੱਛ ਏਰੀਆ 'ਚੋਂ ਕੀਤੇ, ਉੱਥੇ ਮੁੰਦਰਾ ਪੋਰਟ ਆ, ਉੱਥੇ ਬਹੁਤ ਮਾਈਗਰੈਂਟ ਲੇਬਰ ਆ। ਇਹਨਾਂ ਨੂੰ ਸੀਗਾ ਵੀ ਇੰਨੀਆਂ ਸਟੇਟਾਂ ਦੇ ਲੋਕ ਲੇਬਰ ਉੱਥੇ ਕੰਮ ਕਰਦੀ ਆ। ਉੱਥੇ 20-25 ਸਟੇਟਾਂ ਦੇ ਲੇਬਰ ਨੇ ਜਿਹੜੀਆਂ ਉੱਥੇ ਕੰਮ ਕਰਦੇ ਨੇ। ਉੱਥੇ ਇਹਨਾਂ ਨੇ ਕਿਰਾਏ 'ਤੇ ਲਿਆ ਹੋਇਆ ਸੀਗਾ। ਲੋਕਲ ਪ੍ਰਾਪਰਟੀ ਡੀਲਰ ਨੂੰ ਪਤਾ ਹੀ ਕੋਈ ਨਹੀਂ ਸੀ ਵੀ ਇਹ ਕੌਣ ਨੇ। ਇਹ ਤਾਂ ਸਗੋਂ ਦੇਖੋ ਹੁਣ ਜਿਹੜਾ ਹੁਣ ਤੁਸੀਂ ਉਹ ਪਹਿਲਾ ਪੁਆਇੰਟ ਸਗੋਂ ਤੁਸੀਂ ਕਹਿ ਰਹੇ ਹੋ, ਇਹ ਤਾਂ ਸਾਡੀਆਂ 3 ਟੀਮਾਂ ਕਾਫੀ ਇਹਦੇ 'ਤੇ ਨੇੜੇ ਸੀਗੀਆਂ
ਤੇ ਇੱਕ ਟੀਮ ਨੇ ਜਿਹਨੇ ਬ੍ਰੇਕ ਥਰੂ ਵੀ ਕੀਤਾ ਉਹ ਸਗੋਂ ਲੇਟ ਹੋ ਗਏ। ਜੇ 2-3 ਦਿਨ ਪਹਿਲਾਂ ਉੱਥੇ ਰੇਡ ਕੀਤਾ ਹੁੰਦਾ ਤਾਂ ਅੰਕਿਤ ਸਿਰਸਾ ਤੇ ਜਿਹੜਾ ਚੌਥਾ ਨਾਲ ਸੀਗਾ ਦੀਪਕ ਮੁੰਡੀ ਉਹ ਵੀ ਮਿਲ ਜਾਣੇ ਸੀ। ਉਹ 2-3 ਦਿਨ ਪਹਿਲਾਂ ਉੱਥੋਂ ਨਿਕਲ ਗਏ ਕਿਉਂਕਿ ਪ੍ਰਿਵਰਤ ਫੌਜੀ ਜਿਹੜਾ ਸੀ ਬਿਨਾਂ ਮਾਸਕ ਤੋਂ ਉੱਥੇ ਘੁੰਮਣ ਲੱਗ ਗਿਆ। ਤੇ ਇਹਨਾਂ ਨੂੰ ਸੀ ਵੀ ਇਹਦੀ ਫੋਟੋ ਇੰਨੀ ਆ ਚੁੱਕੀ ਆ ਮੀਡੀਆ ਦੇ ਵਿੱਚ। ਇਹਨੇ ਵੈਸੇ ਤਾਂ ਦਾੜੀ ਕਟਾਤੀ ਸੀਗੀ, ਪਹਿਲਾਂ ਇਹਦੀ ਦਾੜੀ ਫੋਟੋ 'ਚ ਉਸ 'ਚ ਰੱਖੀ ਵੀ ਸੀ ਤੇ ਇਹਨੂੰ ਵੀ ਲੱਗਿਆ ਸੀ ਕਿ ਮੈਂ ਥੋੜ੍ਹਾ ਜਿਹਾ ਆਪਣਾ ਹੁਲੀਆ ਬਦਲਾਂ ਤੇ ਇਹਨੇ ਦਾੜੀ ਜਮਾਂ ਨੇੜਿਓਂ ਕਟਾਤੀ ਸੀ ਮਸ਼ੀਨ ਲਵਾ ਕੇ ਛੋਟੀ ਛੋਟੀ। ਤੇ ਜੋ ਇਹਦੀ ਫੋਟੋ ਆਈ ਹੈ ਤੇ ਜੋ ਇਹਦੀ ਅਸਲ ਦੀ ਇਹਦਾ ਹੁਣ ਬਣਤਰ ਦਿਸਦੀ ਹੈ ਉਹ 'ਚ ਖਾਸਾ ਅੰਤਰ ਆ ਗਿਆ ਦਾੜੀ ਕੱਟਣ ਨਾਲ। ਪਰ ਉਹਨਾਂ ਨੂੰ ਲੱਗਿਆ ਜੇ ਸਾਥੀਆਂ ਨੂੰ ਵੀ ਤਾਂ ਵੀ ਅਸੀਂ ਫਸ ਸਕਦੇ ਹਾਂ। ਉੱਥੋਂ ਨਿਕਲ ਗਏ 2 ਜਣੇ, ਉਹ 2 ਤੇ ਅਜੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ। ਇੱਕ ਸਰ ਬਿਸ਼ਨੋਈ ਜਦੋਂ ਦਾ ਅਰੈਸਟ ਜਾਂ ਫਿਰ ਪਹਿਲਾਂ ਹੀ ਤੁਹਾਡੀ ਪਹਿਲਾਂ ਗ੍ਰਿਫਤ ਦੇ ਵਿੱਚ ਸੀ ਸੀਗਾ ਉਹ, ਤੇ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਉਹ ਤੋਂ ਪੁੱਛਗਿੱਛ ਕਰ ਰਹੀ ਆ, ਲੇਕਿਨ ਧਮਕੀਆਂ ਮਿਲਣ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਆ। ਸਾਬਕਾ ਉਪ ਮੁੱਖ ਮੰਤਰੀ ਨੂੰ ਧਮਕੀ ਮਿਲ ਰਹੀ ਹੈ ਤੇ ਹੋਰ ਸੰਸਦਾਂ ਨੂੰ ਧਮਕੀ ਮਿਲ ਰਹੀ ਹੈ, ਮਤਲਬ ਕਿ ਉਹ ਸਿਲਸਿਲਾ ਲਗਾਤਾਰ ਜਾਰੀ ਹੈ ਕਿ ਕਿੰਨੇ ਕੁ ਜਿਹੜੇ ਹੋ ਸਕਦੇ ਨੇ ਕਿ ਗੈਂਗਸਟਰ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਜੁੜੇ ਹੋ ਸਕਦੇ ਨੇ? ਤੁਹਾਨੂੰ ਕੀ ਲੱਗਦਾ ਕਿੰਨਾ ਕੁ ਵੱਡਾ ਨੈਟਵਰਕ ਹੋ ਸਕਦਾ ਹੈ? ਨਹੀਂ ਹੁਣ ਇਹ ਤਾਂ ਹੁਣ ਜਿਹੜੇ ਹੁਣੇ ਮਾਸਟਰਮਾਈਂਡ ਨੇ ਕਹਿੰਦੇ ਜੀ ਸਾਨੂੰ ਤਾਂ ਇੰਨੇ ਹੁਣ ਨੌਜਵਾਨ ਜੁੜਨਾ ਚਾਹੁੰਦੇ ਆ ਇਹਨਾਂ ਨਾਲ। ਕ੍ਰਾਈਮ ਦਾ ਇੱਕ ਅੱਡ ਗਲੈਮਰ ਆ, ਕਈਆਂ ਨੂੰ ਓਪਰਚੁਨਿਟੀ ਨਹੀਂ ਮਿਲਦੀ, ਕਈਆਂ ਨੂੰ ਲੱਗਦਾ ਵੀ ਉਹਨਾਂ ਕੋਲੇ ਗਰੀਬੀ ਆ, ਕੋਈ ਵੀ ਕਾਰਨ ਹੋ ਸਕਦਾ। ਕਈਆਂ ਨਾਲ ਇਹ ਹੁੰਦਾ ਕਿ ਉਹਦੇ ਨਾਲ ਕੋਈ ਉਹਨੂੰ ਲੱਗਦਾ ਵੀ ਧੱਕਾ ਹੋ ਗਿਆ, ਕੋਈ ਪਿੰਡ 'ਚ ਰਹਿੰਦਾ ਮਾੜਾ ਬੰਦਾ। ਕਿਉਂਕਿ ਸਰ ਮੋਸਟਲੀ ਦੇਖਿਆ ਗਿਆ ਗੈਂਗਸਟਰਵਾਦ ਦਾ ਗੈਂਗਸਟਰਾਂ ਦਾ ਜਿਹੜਾ ਪਿਛੋਕੜ ਆ ਉਹ ਚੰਗੀ ਖੇਡ ਦੇ ਨਾਲ ਸੰਬੰਧ ਰੱਖਦਾ ਜਾਂ ਫਿਰ ਚੰਗੇ ਕੰਮਾਂ ਦੇ ਨਾਲ ਸੰਬੰਧ ਰੱਖਦਾ, ਤਾਂ ਉਸ ਨੂੰ ਨਿਕਲਣਾ ਚਾਹੁੰਦੇ ਨੇ ਐਕਚੁਅਲ ਦੇ ਵਿੱਚ, ਜਾਂ ਫਿਰ ਇਹ ਹੁਣ ਦਲਦਲ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਧਸ ਗਏ ਕਿ ਨਿਕਲੇ ਨਹੀਂ ਜਾ ਸਕਦਾ? ਨਹੀਂ, ਤੁਸੀਂ ਜੇ ਇਹਨਾਂ ਨਾਲ ਹੁਣ ਜਿੰਨੇ ਜਣੇ ਨੇ ਵਾਰ ਕ੍ਰਾਈਮ 'ਚ ਜਿਹੜੇ ਪੁਰਾਣੇ ਹੋ ਗਏ ਜਿਨ੍ਹਾਂ ਨਾਲ ਗੱਲ ਕਰੋ, ਜਦੋਂ ਸ਼ੁਰੂ ਕਰਦੇ ਆ ਤਾਂ ਕਿਸੇ ਦਾ ਮਨ ਤਾਂ ਬਹੁਤ ਘੱਟ ਹੁੰਦੇ ਆ ਜਿਹੜੇ ਮਤਲਬ ਇੱਕਦਮ ਸੋਚ ਕੇ ਹੀ ਆਉਂਦੇ ਵੀ ਮੈਂ ਕਰਨਾ ਹੀ ਕ੍ਰਾਈਮ ਹੈ ਜਾਂ ਮੈਂ ਪੇਸ਼ਾ ਹੀ ਕ੍ਰਾਈਮ ਨੂੰ ਬਣਾਉਣਾ। ਕਿਸੇ ਨਾ ਕਿਸੇ ਸਟੇਜ ਤੇ ਮੈਂ ਦੇਖਿਆ ਸਟੂਡੈਂਟ ਪੋਲਿਟਿਕਸ ਦੇ ਦੌਰਾਨ ਜਾਂ ਤਾਂ ਇੱਕ ਮੇਜਰ ਇੱਕ ਕਾਰਨ ਹੁੰਦਾ ਵੀ ਪਰਚਾ ਦਰਜ ਹੋ ਗਿਆ, ਕੋਈ ਲੜਾਈ ਹੋ ਗਈ ਆਪਸ 'ਚ, ਉੱਥੋਂ ਸ਼ੁਰੂਆਤ ਹੈ ਜ਼ਿਆਦਾਤਰ। ਮਤਲਬ ਇਹ ਨਹੀਂ 100% ਦੀ ਨਹੀਂ ਕਹਿ ਸਕਦੇ, ਲੇਕਿਨ ਉੱਥੇ ਕੋਈ ਪਰਚਾ ਹੋ ਗਿਆ ਤੇ ਉਹ ਫਿਰ ਆਪਸ 'ਚ ਲੜਾਈ ਹੁੰਦੀ ਆ, ਖੁੰਦਕਬਾਜੀ ਹੁੰਦੀ ਆ। ਹਾਂ, ਫਿਰ ਉਹ ਇੱਕ ਵਾਰ ਜੇਲ੍ਹ ਚਲਾ ਗਿਆ, ਜੇਲ੍ਹ ਗਿਆ, 4 ਦੋਸਤ ਹੋਰ ਬਣ ਗਏ ਉੱਥੇ। ਤੇ ਉਹ ਮੁੰਡਿਆਂ ਨੇ ਕੱਲ੍ਹ ਨੂੰ ਬਾਹਰ ਵੀ ਆਏ ਤਾਂ ਉਹਨੇ ਕਹਿਤਾ ਵੀ ਉਹ ਮੁੰਡਾ ਜੇਲ੍ਹ 'ਚ, ਉਹਨੇ ਕਹਿਤਾ ਮੇਰੀ ਆਹ ਮਦਦ ਕਰਦੇ, ਆਹ ਕਰਦੇ। ਉਹ ਇਹੋ ਜਿਹਾ ਕੁਛ ਕੀਤਾ ਕਿ ਉਹਦੇ ਨਾਲ ਫੇਰ ਪਰਚਾ ਪੈ ਗਿਆ। ਕਈ ਵਾਰ ਕ੍ਰਿਮੀਨਲ ਜਸਟਿਸ ਸਿਸਟਮ ਵੀ ਥੋੜ੍ਹਾ ਜਿਹਾ ਨਜਾਇਜ਼ ਹੋ ਜਾਂਦੀ ਆ। ਕਈ ਵਾਰ ਮੈਂ ਕਹੂੰਗਾ ਕਿ ਸਾਡੇ ਸਿਸਟਮ 'ਚ ਬਹੁਤ ਕਮੀਆਂ ਸਾਡੇ ਬੰਦਿਆਂ 'ਚ ਵੀ। ਬਈ ਕਈ ਵਾਰੀ ਇਹ ਹੁੰਦਾ ਕਿ ਕਿਸੇ ਨੇ ਕਿਸੇ ਦਾ ਨਾਂ ਲੈਤਾ, ਉਹਨੂੰ ਚੰਗੀ ਤਰ੍ਹਾਂ ਰੋਲ ਵੈਰੀਫਾਈ ਕੀਤਾ ਨਹੀਂ ਕੀਤਾ, ਪਰਚੇ 'ਚ ਨਾਮਜ਼ਦ ਕਰਤਾ ਤੇ ਬਾਅਦ 'ਚੋਂ ਫਿਰ ਨਾਮਜ਼ਦ ਕਰਨਾ ਤਾਂ ਕਿਸੇ ਦਾ ਪਰਚੇ 'ਚ ਬਹੁਤ ਸੌਖਾ। ਫੈਮਿਲੀ ਦੇ ਨੂੰ ਕਿਸੇ ਨੂੰ ਮੈਂਬਰ ਨੂੰ ਜਾਂ ਫਿਰ ਵਿਟਨੈਸ ਦੇ ਤੌਰ ਤੇ ਵਰਤਿਆ ਗਿਆ ਹੋਵੇ, ਕਿਉਂਕਿ ਹੁਣ ਤੱਕ ਦੇਖਦੇ ਕਿ ਜਿਹੜੇ ਅਜੇ ਸੰਗੀਨ ਇਲਜ਼ਾਮ ਹੁੰਦੇ ਨੇ ਉਹਨਾਂ ਦੇ ਤਹਿਤ ਬਹੁਤ ਪਿਛੋਕੜ ਦਾ ਬਹੁਤ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਖਾਸ ਤੌਰ ਤੇ ਫੈਮਿਲੀ ਹੋ ਗਈ, ਲੇਡੀਜ਼ ਹੋ ਗਈਆਂ, ਉਹਨਾਂ ਨੂੰ ਟਾਰਗੇਟ ਤੇ ਲੈ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ। ਤੁਹਾਡੇ ਕੋਈ ਇਸ ਮਾਮਲੇ ਦੇ ਵਿੱਚ ਕੋਈ? ਦੇਖੋ, ਸਾਡਾ ਪਰਸਨਲ ਤਾਂ ਮੇਰਾ ਇਹ ਰਹਿੰਦਾ ਸਾਡੀਆਂ ਟੀਮਾਂ ਨੂੰ ਵੀ ਕਿਸੇ ਦੀ ਮਾਂ ਭੈਣ ਨੂੰ ਜਾਂ ਕਿਸੇ ਲੇਡੀ ਨੂੰ, ਕਿਸੇ ਵੀ ਚਾਹੇ ਉਹ ਗੈਂਗਸਟਰ ਹੀ ਹੈ, ਜਿੰਨੀ ਦੇਰ ਉਹਦਾ 100% ਦੀ ਕੋਈ ਐਕਟਿਵ ਰੋਲ ਨਹੀਂ ਹੈਗਾ, ਕਿਸੇ ਤਰੀਕੇ ਦੀ ਕੋਈ ਐਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਕਿ ਜਿਹਦਾ ਪਰਿਵਾਰ ਦੇ ਮੈਂਬਰ ਦਾ ਨਹੀਂ ਵੀ ਰੋਲ ਹੈਗਾ ਉਹਨੂੰ ਵੀ ਨਜਾਇਜ਼ ਤੁਸੀਂ ਲਿਆ ਕੇ ਬਿਠਾ ਲਓ ਜਾਂ ਉਹਨੂੰ ਨਾਮਜ਼ਦ ਕਰ ਦਿਓ ਜਾਂ ਗ੍ਰਿਫਤਾਰ ਕਰ ਲਓ। ਇਹ ਮੇਰੇ ਖਿਆਲ ਨਾਲ ਇਹ ਤਾਂ ਹੁਣ ਕਾਨੂੰਨ ਦੇ ਵਿੱਚ ਦੇਖੋ, ਤੁਸੀਂ ਕੰਮ ਤਾਂ ਕਾਨੂੰਨ ਨਾਲ ਹੀ ਕਰੋਗੇ। ਮਾਂ-ਬਾਪ ਤਾਂ ਸ਼ਾਇਦ ਕਿਸੇ ਦੇ ਵੀ ਨਹੀਂ ਚਾਹੁੰਦੇ ਹੋਣੇ ਵੀ ਬੱਚਾ ਕ੍ਰਾਈਮ ਕਰੇ। ਅੱਛਾ, ਗੋਲਡੀ ਬਰਾੜ ਦਾ ਕਿਉਂਕਿ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੈ ਪੰਜਾਬ ਦੁਆਰਾ, ਤੇ ਕੀ ਲੱਗਦਾ ਕਿ ਕਿੰਨਾ ਕੁ ਕਨੈਕਸ਼ਨ ਨਾਲ ਹੈ ਜਾਂ ਫਿਰ ਕੋਈ ਹੋਰ ਗੈਂਗਸਟਰ ਵੀ ਗਰੁੱਪ ਇਸ ਪੂਰੇ ਜਿਹੜੇ ਆ ਲਾਰੈਂਸ ਬਿਸ਼ਨੋਈ ਗੈਂਗ ਦੇ ਗਰੁੱਪ ਦੇ ਨਾਲ ਕੋਈ ਹੁਣ ਤੱਕ ਤੁਹਾਨੂੰ ਨਿਕਲ ਕੇ ਸਾਹਮਣੇ ਇਹ ਕੋਈ ਅਜਿਹੀ ਇਨਫੋਰਮੇਸ਼ਨ ਕਿ ਹੋਰ ਵੀ ਕੋਈ ਗੈਂਗਸਟਰ ਜਿਹੜਾ ਗਰੁੱਪ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਗਰੁੱਪ ਦੇ ਨਾਲ ਮਿਲਿਆ ਹੈ? ਕਿਉਂਕਿ ਖਾਸ ਤੌਰ ਤੇ ਬੰਬੀਹਾ ਗਰੁੱਪ ਦਾ ਜ਼ਿਕਰ ਕੀਤਾ ਗਿਆ ਸੀ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਕਿ ਉਸ ਨੂੰ ਕਿਤੇ ਨਾ ਕਿਤੇ ਉਸਨੇ ਉਸ ਨਜ਼ਰੀ ਨਾਲ ਲਿਆਂਦਾ, ਤਾਂ ਸ਼ਾਇਦ ਇਹ ਸਾਰੀਆਂ ਕੜੀਆਂ ਦਰ ਕੜੀਆਂ ਜਿਵੇਂ ਜੁੜੀਆਂ, ਜਾਂ ਫਿਰ ਵਿੱਕੂ ਮਿੱਡੂ ਖੇੜੇ ਦਾ ਜਿਹੜਾ ਕਤਲ ਜਿਹੜੇ ਹੋਇਆ ਉਸ ਦੇ ਵਿੱਚ ਇਹਦੇ ਜਿਹੜਾ ਮੈਨੇਜਰ ਆ ਉਹਦਾ ਵੀ ਨਾਮ ਸਾਹਮਣੇ ਆਇਆ। ਜੀ, ਸਾਸੀ ਦਾ ਜੀ ਦੋ ਸਾਨੂੰ ਮਤਲਬ ਅਸੀਂ ਸ਼ੋਰਲੀ ਕਹਿ ਸਕਦੇ ਹਾਂ ਤਾਂ ਇਹ ਵੀ ਸ਼ਗਨਪ੍ਰੀਤ ਦਾ ਰੋਲ ਹੈਗਾ ਤੇ ਉਹਨੂੰ ਹੁਣ ਮਤਲਬ ਅੱਗੇ ਫਾਲਤੂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਗਾ। ਸ਼ਗਨਪ੍ਰੀਤ ਦਾ ਰੋਲ ਹੈਗਾ, ਹੋਰ ਤਾਂ ਸਾਨੂੰ ਕੋਈ ਇਹਨਾਂ ਦਾ ਨਜ਼ਰ ਨਹੀਂ ਆਇਆ। ਤੇ ਸਰ ਇੱਕ ਇਹ ਬਹੁਤ ਫੇਲੀਅਰ ਮੰਨਿਆ ਜਾ ਰਿਹਾ ਹੈ ਕਿ ਫੇਲੀਅਰ ਹੈ ਇਨਵੈਸਟੀਗੇਸ਼ਨ ਏਜੰਸੀਆਂ ਦਾ
ਕੇਂਦਰੀ ਏਜੰਸੀਆਂ ਦਾ, ਸਟੇਟ ਪੁਲਿਸ ਦਾ, ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿ ਅਜਿਹੀ ਜਿਹੜੀ ਕਤਲकांड ਜਿਹੜੇ ਵਾਪਰਦੇ ਨੇ, ਜੇਕਰ ਪਹਿਲਾਂ ਹੀ ਜਿਹੜੀ ਥ੍ਰੈਟ ਜਿਹੜੀ ਪਰਸੈਪਸ਼ਨਾਂ ਮਿਲਦੀਆਂ ਨੇ, ਜੇਕਰ ਪਹਿਲਾਂ ਹੀ ਉਹਨਾਂ ਨੂੰ ਸਹੀ ਤਰੀਕੇ ਨਾਲ ਲਿਆ ਜਾਵੇ ਤਾਂ ਇਹ ਨਾ ਵਾਪਰਨ, ਇਹਨਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ? ਨਹੀਂ, ਥ੍ਰੈਟ ਪਰਸੈਪਸ਼ਨ ਤਾਂ ਹੁਣ ਜੇ ਉਹਨਾਂ ਦੇ ਨਾਲ ਉਹਨਾਂ ਨੇ PSO ਨਾਲ ਹੁੰਦੇ ਉਸ ਟਾਈਮ ਥ੍ਰੈਟ ਪਰਸੈਪਸ਼ਨ ਸੀ, ਪੁਲਿਸ ਨੇ ਤਾਂ ਹੀ ਤਾਂ ਸਿਕਿਉਰਿਟੀ ਦਿੱਤੀ ਸੀ, ਠੀਕ ਹੈ ਨਾ। ਸੋ ਜੇ ਉਦਣ ਗੱਡੀ 'ਚ ਨਾਲ PSO ਹੁੰਦੇ, ਹੋ ਸਕਦਾ ਹੈ ਵਾਰਦਾਤ ਉਦਣ ਨਾ ਇਹ ਇੱਦਾਂ ਹੁੰਦੀ। ਤੁਹਾਨੂੰ ਲੱਗਦਾ ਕਿ ਗੈਂਗਸਟਰ ਜਿਹੜਾ ਗੈਂਗਸਟਰਵਾਦ ਲਗਾਤਾਰ ਗੈਂਗਸਟਰ ਦੇ ਨਾਲ ਲੜਾਈ ਦੇ ਦੌਰਾਨ ਕਈ ਅਜਿਹੇ ਲੋਕ ਮਰ ਜਾਂਦੇ ਨੇ, ਜਾਂ ਜਿਸ ਹਿਸਾਬ ਦੇ ਨਾਲ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਹੈ ਜਾਂ ਫਿਰ ਬੰਬੀਹਾ ਗੈਂਗਸਟਰ ਗਰੁੱਪ ਹੈ, ਉਸ ਦੇ ਵਿੱਚ ਸਿੱਧੂ ਮੂਸੇਵਾਲਾ ਆਇਆ ਤੇ ਉਸ ਨੂੰ ਮਾਰ ਦਿੱਤਾ ਗਿਆ ਸਰ? ਨਹੀਂ, ਉਹਨਾਂ ਦਾ ਤਾਂ ਕੋਈ ਗੈਂਗ ਦੇ ਨਾਲ ਕੋਈ ਸਾਡੂ ਉਹ ਨਹੀਂ ਆਇਆ। ਨਹੀਂ, ਉਹਨਾਂ ਦੇ ਵਿੱਚ ਨਾਮ ਨਹੀਂ ਮੈਂ ਕਹਿ ਰਿਹਾ ਵੀ ਸਰ ਉਸ ਦੇ ਤਹਿਤ ਦੋ ਗਰੁੱਪਾਂ ਦੀ ਆਪਸ ਦੇ ਵਿੱਚ ਲੜਾਈ ਦੇ ਤਹਿਤ ਨਿਰਦੋਸ਼ ਲੋਕਾਂ ਨੂੰ ਮਾਰੇ ਜਾਣਾ ਸਰ। ਨਹੀਂ, ਉਹ ਤਾਂ ਹੁਣ ਕਹਾਵਤ ਆ, ਮਤਲਬ ਉਹ ਤਾਂ ਮਤਲਬ ਜੋ ਜੇ ਦੋ ਜਣੇ ਲੜ ਰਹੇ ਨੇ, ਕਈ ਵਾਰ ਕੋਈ ਜਿਹੜੇ ਬੰਦੇ ਜਿਨ੍ਹਾਂ ਦਾ ਨਹੀਂ ਵੀ ਰੋਲ ਹੁੰਦਾ ਉਹ ਵੀ ਵਿਚਾਰੇ ਉਹਦਾ ਕਈ ਵਾਰ ਭੁਗਤ ਭੋਗੀ ਹੋ ਜਾਂਦੇ, ਇਹ ਕਹਿ ਸਕਦੇ ਹਾਂ। ਕਿ ਲੱਗਦਾ ਹੁਣ ਜਲਦੀ ਜਿਵੇਂ ਪਹਿਲਾਂ ਤੁਸੀਂ 2 ਸ਼ੂਟਰਸ ਗ੍ਰਿਫਤਾਰ ਕੀਤੇ ਨੇ, ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਪੰਜਾਬ ਪੁਲਿਸ ਤੋਂ ਪਹਿਲਾਂ ਤੁਸੀਂ ਕੋਈ ਹੋਰ ਨਵਾਂ ਕਲੂ? ਨਹੀਂ, ਉਹ ਪਹਿਲਾਂ ਵਾਲੀ ਕੋਈ ਗੱਲ ਨਹੀਂ ਕਿ ਦੇਖੋ ਉਹ ਆਪਦਾ ਕੰਮ ਕਰ ਰਹੇ ਆ। ਪੰਜਾਬ ਪੁਲਿਸ ਨੇ ਇੰਨੇ ਜਣਿਆਂ ਨੂੰ ਅਰੈਸਟ ਕੀਤਾ, ਰੈਕੀ ਵਾਲਿਆਂ ਨੂੰ ਕੀਤਾ, ਹੋਰਾਂ ਨੂੰ ਕੀਤਾ, ਉਹਨਾਂ ਨੇ ਬਹੁਤ ਅੱਛਾ ਗਰਾਊਂਡ ਵਰਕ ਕੀਤਾ ਹੈਗਾ, ਬਹੁਤ ਚੰਗਾ ਤਾਲਮੇਲ ਆ। ਨਾਲੇ ਸਾਡਾ ਕੋਈ ਫੋਕਸ ਸਿਰਫ ਇਹ ਕੇਸ ਨਹੀਂ ਹੈਗਾ। ਹੁਣ ਇਹ ਤਾਂ ਸਾਡੀ ਇੱਕ ਟੀਮ ਤਾਂ ਆਲਰੇਡੀ ਹਟ ਗਈ ਇਹਦੇ 'ਚ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਹੋਰ ਐਕਸ਼ਨ ਚੱਲ ਰਿਹਾ ਸੀਗਾ, ਉਹਦੇ 'ਤੇ ਫੋਕਸ ਕਰੋ। ਤੇ ਇਨਫੈਕਟ ਦੂਜੀ ਵੀ ਹਟ ਹੀ ਗਈ ਆ, 3 ਰਹਿ ਗਈਆਂ ਹੁਣ ਟੀਮਾਂ। ਸੋ 3 ਟੀਮਾਂ ਨੇ ਆਲਰੇਡੀ ਇੰਨਾ ਕੰਮ ਕੀਤਾ ਹੋਇਆ, ਉਹ ਕਹਿੰਦੇ ਜੀ ਅਸੀਂ ਥੋੜ੍ਹਾ ਜਿਹਾ ਇਹਦੇ 'ਤੇ ਅਜੇ ਹੋਰ ਕਰਨਾ ਚਾਹੁੰਦੇ ਹਾਂ। ਸੋ ਅਸੀਂ ਕਿਹਾ ਵੀ ਜੇ ਹੋਰ 1-2 ਸ਼ੂਟਰ ਜਲਦੀ ਫੜੇ ਜਾਂਦੇ ਆ ਚੰਗੀ ਗੱਲ ਆ। ਅੱਛਾ, ਇੱਕ ਜਿਹੜੇ ਤੁਸੀਂ ਵੈਪਨਸ ਦੀ ਗੱਲ ਕੀਤੀ ਨੇ, ਜਿਹੜੇ ਰਿਕਵਰ ਵੈਪਨ ਕੀਤੇ ਗਏ ਤੁਹਾਡੇ ਕੋਲੋਂ, ਜਿਹੜੇ ਰਿਜ਼ਰਵ ਦੇ ਵਿੱਚ ਰੱਖੇ ਗਏ ਸੀ, ਉਹਨਾਂ ਨੂੰ ਲੈ ਕੇ ਜਾਂ ਫਿਰ ਜਿਹੜੇ ਯੂਜ਼ ਹੋਏ ਨੇ ਵੈਪਨ, ਉਹਨਾਂ ਨੂੰ ਲੈ ਕੇ ਜਿਹੜੇ ਤੁਸੀਂ ਪੁਸ਼ਟੀ ਕੀਤੀ ਆ, ਉਸ ਨੂੰ ਸ਼ਾਇਦ ਪੰਜਾਬ ਪੁਲਿਸ ਉਸ ਹਿਸਾਬ ਦੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਮੰਨਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਹੀ ਜਿਹੜੀ ਅਸੀਂ ਉਸ ਦੀ ਪੁਸ਼ਟੀ ਕਰਾਂਗੇ, ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਅਸੀਂ ਤਾਂ ਖੁਦ ਹੀ ਨਹੀਂ ਕਿਹਾ ਹੈਗਾ। ਅਸੀਂ ਤਾਂ ਜੋ ਇੰਟਰੋਗੇਸ਼ਨ ਚਾਹੀ, ਅਸੀਂ ਤਾਂ ਕਿਹਾ ਕਿ ਇਹ ਵੈਪਨ ਨਹੀਂ ਵਰਤੇ ਗਏ। ਅਸੀਂ ਤਾਂ ਕਿਹਾ ਕਿ ਰਿਜ਼ਰਵ ਵੈਪਨ ਸੀਗੇ, ਇਹ ਬੈਗ 'ਚ ਸੀਗੇ, ਲੈ ਕੇ ਗਿਆ, ਬੈਗ ਇਹਦੇ ਕੋਲੇ ਸੀਗਾ, ਤੇ ਜਿਹੜੇ ਵੈਪਨ ਵਰਤੇ ਗਏ ਉਹ ਤਾਂ ਅੱਡ ਹੋ ਗਏ। ਉਹ ਤਾਂ ਅਸੀਂ ਪਹਿਲਾਂ ਵੀ ਕਿਹਾ, ਕੋਈ ਆਇਆ ਬੰਦਾ ਇਹਨਾਂ ਤੋਂ ਅੱਡ ਵੈਪਨ ਲੈ ਗਿਆ ਸਾਰਿਆਂ ਤੋਂ, ਇਹ ਰਿਜ਼ਰਵ ਵੈਪਨ ਇਹਨਾਂ ਨੇ ਰੱਖ ਲਿਆ ਆਪਦੇ ਕੋਲੇ, ਕਿਉਂਕਿ ਵੈਪਨ ਤਾਂ ਕ੍ਰਿਮੀਨਲ ਰੱਖਦੇ ਹੀ ਆ ਆਪਦੇ ਕੋਲੇ। ਤੇ ਜਿਹੜੇ ਵੈਪਨ ਅਸੀਂ ਰਿਕਵਰ ਕੀਤੇ, ਅਸੀਂ ਤਾਂ ਖੁਦ ਹੀ ਕਿਹਾ ਹੈਗਾ ਕਿ ਇਹ ਨੇ ਖੁਦ ਇੰਟਰੋਗੇਸ਼ਨ 'ਚ ਕਬੂਲਿਆ ਵੀ ਇਹ ਤਾਂ ਅਸੀਂ ਰਿਜ਼ਰਵ 'ਚ ਰੱਖੇ ਸੀ। 3 ਪਿਸਟਲ ਨੇ ਤੇ 315 ਬੋਰ ਆ ਤੇ ਆਪਣਾ 8 ਗ੍ਰਨੇਡ ਨੇ ਤੇ ਅੰਡਰ ਬੈਰਲ ਗ੍ਰਨੇਡ ਲਾਂਚਰ ਆ, ਇਹ ਤਾਂ ਇਹਨਾਂ ਨੇ ਰਿਜ਼ਰਵ ਤੇ ਰੱਖੇ ਹੋਏ ਸੀ। ਤੇ ਜਿਹੜੇ ਯੂਜ਼ ਕੀਤੇ ਗਏ ਉਹਨਾਂ ਬਾਰੇ ਪੁਸ਼ਟੀ ਹੋਈ ਹੈ ਕਿ ਕਿਹੜੇ ਸੀਗੇ ਉਹ ਇਹਨਾਂ ਨੇ ਕਿਹਾ ਪਿਸਟਲ ਸੀ ਤੇ AK-47 ਸੀਗੀ, ਮਤਲਬ ਕਿ AN-94 ਦਾ ਕੋਈ ਜ਼ਿਕਰ ਨਹੀਂ। ਇਹਨਾਂ ਨੂੰ ਵੀ ਇਹ ਵੀ ਕਹਿੰਦੇ ਆ ਜੀ AK-47 ਸੀ। ਦੇਖੋ ਹੁਣ ਕ੍ਰਿਮੀਨਲ ਨੂੰ ਕਿੰਨਾ ਕੁ ਪਤਾ ਹੈਗਾ, ਤਾਂ ਕੋਈ ਆਰਮਰਰ ਤਾਂ ਹੈ ਨਹੀਂ ਇਹ ਖੁਦ ਵੀ ਇਹਨੂੰ ਕੱਲੇ ਵੈਪਨ ਦਾ ਪਤਾ ਹੈਗਾ। ਇਹ ਤਾਂ ਹੁਣ ਜਦੋਂ ਵੈਪਨ ਰਿਕਵਰ ਹੋਊਗਾ। ਕਿਉਂਕਿ ਸਰ ਮੇਰਾ ਪੁੱਛਣ ਦਾ ਸਿਰਫ ਇਹੀ ਮਾਇਨੇ ਹੈ ਕਿ ਜੇ ਉਹਨਾਂ ਨੂੰ ਇੰਨੀ ਗੱਲ ਪਤਾ ਹੈ ਕਿ ਬੁਲਟ ਪ੍ਰੂਫ ਗੱਡੀ ਨੂੰ ਕਿਵੇਂ ਟਾਰਗੇਟ ਤੇ ਰੱਖਣਾ ਹੈ ਤਾਂ ਉਸ ਨੂੰ ਕਿਹੜਾ ਵੈਪਨ ਲੈ ਕੇ ਯੂਜ਼ ਕਰਨਾ, ਤਾਂ ਉਸ ਦੇ ਵਿੱਚ ਤਾਂ ਕਰਕੇ ਮੈਂ ਤੁਹਾਨੂੰ ਸਵਾਲ ਨਹੀਂ, ਉਹ ਮਤਲਬ ਬੁਲਟ ਉਦੋਂ ਦਾ ਦੇਖੋ ਹੁਣ ਐਵੇਂ ਕਹੀਏ, ਉਦੋਂ ਦਾ ਇਹਨਾਂ ਨੂੰ ਇਹ ਸੀਗਾ ਪਤਾ ਲੱਗਿਆ ਵੀ ਥਾਰ 'ਚ ਜਾ ਰਹੇ ਨੇ ਤੇ PSO ਹੈ ਨਹੀਂ ਗੇ। ਸੋ ਬੁਲਟ ਪ੍ਰੂਫ ਗੱਡੀ ਨੂੰ ਜੇ ਟਾਰਗੇਟ ਕਰਦੇ ਜਾਂ ਕੋਈ ਇਦਾਂ ਦਾ ਲਾਂਚਰ ਵਗੈਰਾ ਗ੍ਰਨੇਡ ਯੂਜ਼ ਕਰਦੇ, ਫਿਰ ਆਪਾਂ ਕਹਿ ਸਕਦੇ ਸੀ ਕਿ ਜਿਹੜੀ ਚੀਜ਼ ਹੁਣ ਹੋਈ ਨਹੀਂ ਉਹਦੇ ਬਾਰੇ ਅਸੀਂ ਕੀ ਕਹੀਏ। ਠੀਕ ਹੈ ਸਰ, ਬਹੁਤ ਸ਼ੁਕਰੀਆ ਜੀ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਲਈ। ਸੋ ਬਿਲਕੁਲ ਇਹ ਸਨ ਹਰਗੋਬਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ, ਹਲੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਤੱਥ ਸਾਹਮਣੇ ਆਉਣਗੇ ਉਹ ਜ਼ਰੂਰ ਜਨਤਕ ਜਾਂ ਫਿਰ ਮੀਡੀਆ ਸਾਹਮਣੇ ਜੋ ਵਾਜਿਬ ਨੇ ਉਹ ਜ਼ਰੂਰ ਰੱਖੇ ਜਾਣਗੇ। ਤਾਂ ਹੁਣ ਦੇਖਣਾ ਹੋਏਗਾ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਹੋਰ ਕਿਹੜੇ ਨਾਮ ਸਾਹਮਣੇ ਆਉਂਦੇ ਨੇ ਤੇ ਕਿੰਨੇ ਕੁ ਜਿਹੜੀ ਪੁੱਛ ਪੜਤਾਲ ਹੈ ਉਹ ਅੱਗੇ ਵਧਦੀ ਹੈ, ਜਾਂ ਕਿੰਨੇ ਕੁ ਛੇਤੀ ਜਿਹੜੇ ਕਤਲकांड ਦੇ ਵਿੱਚ ਜਿਹੜੇ ਵੀ ਸਾਜ਼ਿਸ਼ ਕਰਤਾ ਸੀ ਉਹ ਜਲਦੀ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਨੇ। ਸੋ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।